पिछले दिनों श्रोमणी गुरुद्वारा प्रबंधक कमेटी ने खास तौर पर आप प्रधान की जिक्र करिए बीबी जगीर कौर उन्होंने साफ तौर पर कहा कि जिदा दिल्ली के बार्डर से किसान अंदोलन चल रहा है परिस्थितियों मुताबिक जो भी उन्होंने लोड़ा है श्रोमणी गुरुद्वारा प्रबंधक कमेटी उन्होंने डट के मदद करेगी। दिल्ली गुरुद्वारा प्रबंधक कमेटी पहला ही किसान अंदोलन के नाल खड़ी है। संगत ते पंगत का गुरु नानक देव जी का विचार है, लंगर चलाना कोई बुरा नहीं, किते भी चलाया जा सकता, पर इस तरह नाल SGPC ये काम करे जिहड़ा काम SGPC का है वो नहीं कर रही। हो SGPC का काम है सिੱਖੀ ਦਾ प्रचार ते प्रसार करना, सिखां दी आइडेंटिटी की वजह करके कई बार उन्होंने मुस्लिम समझ के उन्होंने उपर हमले होंदे आ, उहदे लई पूरा प्रचार प्रसार करना। समय समय जदों भी देश के अंदर किते आफतां आईयां ने, अर्थक्वेक आया जां सुनामी आया ਜਾਂ ਹੋਰ ਕਿਸੇ किस्म की कोई घटना देश ਵਿੱਚ ਵਾਪਰੀ है, मनुखी समाज ਵਿੱਚ ਆਈਆਂ ਨੇ, ਤਾਂ ਉਹਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਆਪਣੇ ਜਰਨਲ ਹਾਊਸ ਦੇ ਰਾਹੀਂ ਬਹੁਤ ਸਾਰੀਆਂ ਤਬਦੀਲੀਆਂ ਕਰਕੇ ਆਪਣੇ ਸਰਬੱਤ ਦੇ ਭਲੇ ਪ੍ਰਤੀ ਜੋ ਫਰਜ਼ ਬਣਦੇ ਨੇ ਉਹਨਾਂ ਦੀ ਅਦਾਇਗੀ ਕੀਤੀ ਹੈ। ਗਰੇਵਾਲ ਸਾਹਿਬ ਨੂੰ ਆਪਣਾ ਜਿਹੜਾ ਘੇਰਾ ਸੋਚਣ ਦਾ ਉਹਨੂੰ ਬਰੌਡ ਕਰਨਾ ਚਾਹੀਦਾ और मेरा तो ख्याल सगों उन्होंने एप्रीशिएट करना चाहिए इस गल का कि मैं जिस पहले दिन 27 तरीक को देखा सिद्धू साहब उत्थे कुछ नहीं सी, सड़क सीगी और उपरों लोगों की कुटमार होके हटी सी, टीयर गैस सैल चले सी। 27 नवंबर की मैं गल कर रहा, कुछ घंटिया के अंदर ही SGPC जी दिल्ली वाले है सरसा साहब मनजिंदर सिंह सरसा, उन्होंने सड़क के उत्ते कोई एवें थले कख भी नहीं सीगा, बैठण भी कुछ नहीं सी, लंगर ला कर वो 1-1 लाख रुपया देवांगे। फिर की हर अंदोलन लई गुरु नानक का विचार जिहड़ा वो सरबत के भले की गल करते हैं, मानवता की गल करते हैं, सब नूं एक बराबर। जिथे जिथे अंदोलन चलणगे उत्थे कोई मौत हो जाएगी तो लाख रुपया श्रोमणी कमेटी देगी। और इहदे नाल की है कि कोई सिख अंदोलन नहीं है, इहनूं फिरकू रंगत देण की कोशिश कर रहे हैं। ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਉਹ ਸਿੱਖ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਉਹਦੇ ਵਿੱਚ ਮੁਸਲਮਾਨ ਕਿਸਾਨ ਵੀ ਆ, ਈਸਾਈ ਵੀ ਆ, ਜੈਨੀ ਕਿਸਾਨ ਵੀ ਆ, ਬੋਧੀ ਕਿਸਾਨ ਵੀ ਆ, ਹਿੰਦੂ ਕਿਸਾਨ ਵੀ ਆ, ਉਹਦੇ ਵਿੱਚ ਸਿੱਖ ਕਿਸਾਨ ਵੀ ਆ, ਸਾਰੇ ਤਰ੍ਹਾਂ ਦੇ ਕਿਸਾਨ ਸ਼ਾਮਲ ਨੇ। ਇਸ ਲਈ ਇਹ ਫੈਸਲਾ ਸਿੱਖ ਕਿਸਾਨਾਂ ਕਰਕੇ ਨਹੀਂ ਕੀਤਾ ਗਿਆ। ਇਹਨਾਂ ਨੇ ਨਕਸਲਾਈਟਾਂ ਦਾ ਕਹਿਤਾ, ਕਦੀ ਕੁਝ ਕਦੀ ਕਾਂਗਰਸ ਦਾ ਕਹਿੰਦੇ ਆ, ਕਦੀ SYL ਦਾ ਮੁੱਦਾ ਵਿੱਚ ਲੈ ਕੇ ਆਏ, ਕਿਹੜੇ ਹੁਣ ਮਾਓਵਾਦੀਆਂ ਦਾ। ਫਿਰ ਜੋਗਿੰਦਰ ਯਾਦਵ ਲੈਫਟ ਹੈ ਹੀ ਨਹੀਂ, ਉਹ ਲੋਹੀਆਈਟ ਹੈਗਾ, ਉਹ ਤੇ ਕਮਿਊਨਿਸਟਾਂ ਦੇ ਬਿਲਕੁਲ ਹੱਕ 'ਚ ਨਹੀਂ, ਉਹਨੂੰ ਵੀ ਫਿਰ ਖਾਲਿਸਤਾਨ ਦਾ ਵੀ ਜਾ ਕੇ ਬਾਹਰ ਪਹੁੰਚਾ। ਤੁਸੀਂ ਜਾਣੀ ਐਡੀ ਵੱਡੀ ਮੂਵਮੈਂਟ ਨੂੰ ਉਹਨੂੰ ਇੰਨਾ ਛੁਟਿਆ ਕੇ ਕਿਉਂ ਦੇਖਦੇ ਆ? ਆ ਜਿਹੜੇ ਕਮਿਊਨਿਸਟ ਤੇ ਮਾਓਵਾਦੀ ਲੀਡਰਸ਼ਿਪ ਹੈ ਇਹਨੂੰ ਪਾਸੇ ਕਰ ਦਿਓ। ਜੇ 10 ਮਿੰਟ 'ਚ ਫੈਸਲਾ ਨਾ, ਜੇ ਅਸਲੀ ਕਿਸਾਨ ਆ ਉਹਨਾਂ ਨਾਲ ਫੈਸਲਾ ਕਰਕੇ ਉੱਠਾਂਗੇ। ਉਹ ਅਸਲ ਕਹਾਣੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਮਿਸਿਜ਼ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੋ ਬਹੁ ਗਿਣਤੀ ਦੇ ਮਨਾਂ ਵਿੱਚ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕੀਤੀ, ਦੋ ਫਿਰਕਿਆਂ ਨੂੰ ਲੜਾਉਣ ਦੀ ਸਾਜ਼ਿਸ਼ ਉਹਨਾਂ ਨੇ ਕੀਤੀ ਹੈ, ਉਹ ਬੜੀ ਖਤਰਨਾਕ ਖੇਡ ਖੇਡੀ। ਅੱਜ ਮੈਂ ਸਮਝਦਾ ਕਿਤੇ ਨਾ ਕਿਤੇ ਉਹੋ ਜਿਹਾ ਰਸਤਾ BJP ਨੇ ਵੀ ਅਖਤਿਆਰ ਕੀਤਾ ਹੋਇਆ। ਔਰ ਜਿਹੜੇ ਇਹਨਾਂ ਦੇ MLA ਸਾਹਿਬਾਨ ਸਰਕਾਰੀ ਬੋਲ ਰਹੇ ਸੀ ਖੱਟੜ ਦੇ, ਕਹਿੰਦੇ ਜੀ ਸੁਨਹਿਰੀ ਗੋਲਡਨ 3 ਪ੍ਰਿੰਸ ਜਿਹੜੇ ਲਾ ਲੈ ਕੇ ਆਏ ਆ, ਉਹ ਜਾਣੀ ਮੈਂ ਕਿਹਾ ਹੱਦ ਹੀ ਹੋ ਗਈ, ਤੁਸੀਂ ਘੱਟੋ ਘੱਟ ਇਹੋ ਜਿਹੀਆਂ ਗੱਲਾਂ ਤਾਂ ਨਾ ਕਰੋ। ਇਹ ਤਾਂ ਕਿਸਾਨ ਦੇ ਮੋਢੇ ਤੇ ਰੱਖ ਕੇ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨਾ ਔਰ BJP ਦਾ ਚਿਹਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਸਰਕਾਰ ਦਾ ਚਿਹਰਾ। ਜਦੋਂ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੁਸੀਂ ਪੂਰੀ ਤਰ੍ਹਾਂ ਅਸਫਲ ਹੋਏ ਤਾਂ ਤੁਸੀਂ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਅੱਜ ਘੱਟ ਗਿਣਤੀਆਂ ਨੂੰ ਕੁੱਟ ਕੇ ਵੋਟਾਂ ਹਾਸਲ ਕਰਨ ਵਾਲਾ ਇੰਦਰਾ ਗਾਂਧੀ ਵਾਲਾ ਰਾਹ ਫੜ ਰਹੇ ਹੋ। ਹੁਣ ਜੋਗਿੰਦਰ ਯਾਦਵ ਨੂੰ ਦੇਸ਼ ਨਿਕਾਲਾ ਦੇ ਦਿਓ, ਕੱਲ ਨੂੰ ਕਹਿ ਦੋਗੇ ਵੀ ਉਹਨੂੰ ਕਿਤੇ ਨੇਪਾਲ ਵੱਲ ਬਾਹਰ ਕੱਢ ਦਿਓ ਤਾਂ ਹੀ ਇੱਥੇ ਸਾਡਾ ਫੈਸਲਾ ਹੋ ਸਕਦਾ। ਜੋਗਿੰਦਰ ਯਾਦਵ ਕੀ ਕਹਿ ਰਿਹਾ? ਉਹੀ ਗੱਲ ਜਿਹੜੇ ਬਾਕੀ ਸਾਰੇ ਕਹਿ ਰਹੇ ਆ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕਿਸਾਨ ਅੰਦੋਲਨ ਜਿਸ ਤਰੀਕੇ ਦੇ ਨਾਲ ਦੇਸ਼ ਤੇ ਵਿਦੇਸ਼ 'ਚ ਉਹਨੂੰ ਭਰਮਾ ਹੰਗਾਰਾ ਮਿਲ ਰਿਹਾ, ਉਹਦੇ ਨਾਲ ਸੱਤਾ 'ਚ ਬੈਠੀ ਭਾਜਪਾ ਨੂੰ ਵੱਡੀਆਂ ਰਾਜਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪੰਜਾਬ ਦੇ ਗੁਆਂਢ 'ਚ ਹਰਿਆਣਾ ਦੀ ਗੱਲ ਕਰ ਲਓ ਤਾਂ ਮੈਂ ਪੰਜਾਬੀ 'ਚ ਕਹਾਂਗਾ ਕਿ ਹਰਿਆਣਾ ਨੂੰ ਕਿਸਾਨ ਅੰਦੋਲਨ ਨੇ ਪੂਰੀ ਤਰ੍ਹਾਂ ਰਿੜਕ ਕੇ ਰੱਖ ਦਿੱਤਾ ਹੈ। ਪੱਛਮੀ UP ਦੀ ਗੱਲ ਕਰੀਏ, ਮੱਧ ਪ੍ਰਦੇਸ਼ ਦੀ ਗੱਲ ਕਰੀਏ ਜਾਂ ਹੋਰਾਂ ਸੂਬਿਆਂ ਦੀ ਗੱਲ ਕਰੀਏ, ਤੇ ਹੁਣ ਬੰਗਾਲ ਦੇ ਅੰਦਰ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਵੱਲੋਂ ਜਾ ਕੇ
ਭਾਜਪਾ ਨੂੰ ਦਿੱਤੀ ਜਾ ਰਹੀ ਹੈ ਚੁਣੌਤੀ। ਕੇਵਲ ਇਹਨਾਂ ਨੇ ਇੱਕ ਮੰਤਰੀ ਪੱਧਰ ਤੇ ਸ਼ਾਇਦ ਇਹ ਪਹਿਲਾ ਮੌਕਾ ਹੋਏਗਾ ਕਿ ਇੰਗਲੈਂਡ ਦੀ ਸੰਸਦ ਦੇ ਵਿੱਚ ਕਿਸਾਨੀ ਮੁੱਦਾ ਗੂੰਜਿਆ। ਜਿੱਥੋਂ ਤੱਕ ਸਵਾਲ ਹੈ ਵੱਖ-ਵੱਖ ਸਮਾਜਿਕ ਧਾਰਮਿਕ ਧਿਰਾਂ ਦਾ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਾਂ ਹੋਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ, ਉਹਨਾਂ ਵੱਲੋਂ ਵੀ ਮਿਲ ਰਹੀ ਹੈ ਹਮਾਇਤ। ਦੂਜੇ ਪਾਸੇ ਭਾਜਪਾ ਤੇ ਉਹਨਾਂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਜੋ ਫੈਸਲੇ ਲਏ ਗਏ ਹੈ ਕਾਨੂੰਨ ਮੁਤਾਬਕ ਉਹ ਕਿਸਾਨਾਂ ਦੇ ਹਿੱਤ ਵਿੱਚ ਹੈ ਤੇ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ। ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ, ਇਹਨਾਂ ਮੁੱਦਿਆਂ ਦੇ ਮੇਰੇ ਨਾਲ ਚਾਚਾ ਅੱਜ ਪੈਨਲ ਤੇ ਸਾਡੇ ਨਾਲ ਜਿਹੜੇ ਇਸ ਖਿੱਤੇ ਦੇ ਜਾਣੇ ਪਹਿਚਾਣੇ ਮਹਿਮਾਨ ਅਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਜਥੇਦਾਰ ਕਰਨੈਲ ਸਿੰਘ ਪੰਜੋਲੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹੈ, ਲੰਬਾ ਤਜਰਬਾ ਰੱਖਦੇ ਆ, ਪ੍ਰੋਫੈਸਰ ਮਨਜੀਤ ਸਿੰਘ ਸਮਾਜਿਕ ਤੇ ਰਾਜਸੀ ਖੇਤਰ ਦੇ ਜਾਣੇ ਪਛਾਣੇ ਚਿਹਰੇ ਦਹਾਨੀ, ਕਿਸਾਨ ਅੰਦੋਲਨ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਚਿਹਰਾ। ਤਿੰਨਾਂ ਹੀ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਗਰੇਵਾਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਹਾਂਜੀ। ਪਿਛਲੇ ਦਿਨਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਖਾਸ ਤੌਰ ਤੇ ਜੇ ਆਪਾਂ ਉਹਨਾਂ ਦੇ ਪ੍ਰਧਾਨ ਦੀ ਜ਼ਿਕਰ ਕਰੀਏ ਬੀਬੀ ਜਗੀਰ ਕੌਰ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿੱਦਾਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪ੍ਰਸਥਿਤੀਆਂ ਮੁਤਾਬਕ ਜੋ ਵੀ ਉਹਨਾਂ ਦੀਆਂ ਲੋੜਾਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਡਟ ਕੇ ਮਦਦ ਕਰੇਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਕਿਸਾਨ ਅੰਦੋਲਨ ਦੇ ਨਾਲ ਖੜੀ ਹੈ। ਕਿਵੇਂ ਦੇਖਦੇ ਹੋ ਇਸ ਭਰੋਸੇ ਨੂੰ? ਇਸ ਤਰ੍ਹਾਂ ਦੇਖੋ, ਸ਼੍ਰੋਮਣੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਲਸ ਐਂਡ ਰੈਗੂਲੇਸ਼ਨ ਨੇ 1925 ਦੇ ਨੇ, ਔਰ ਮੈਂ ਇਹਦੇ 'ਚ ਇੱਕੋ ਹੀ ਪ੍ਰਾਰਥਨਾ ਕਰਦਾ ਕਿ ਬੀਬੀ ਜਗੀਰ ਕੌਰ ਜੀ ਨੂੰ ਮੈਂ ਪੱਤਰ ਲਿਖਿਆ। ਉਹ ਇਸ ਕਰਕੇ ਲਿਖਣਾ ਪਿਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਬਾਰਡਰ ਦੇ ਉੱਪਰ ਸ਼ੈੱਡ ਵੀ ਬਣਾਵਾਂਗੇ, ਮੂਵੇਬਲ ਟਾਇਲਟਸ ਦਾ ਅਰੇਂਜਮੈਂਟ ਕਰਾਂਗੇ, ਪੱਖੇ ਲਵਾਵਾਂਗੇ, ਬਾਕੀ ਸਾਰੇ ਕੰਮ ਕਰਾਂਗੇ। ਸੰਗਤ ਤੇ ਪੰਗਤ ਦਾ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਹੈ, ਲੰਗਰ ਚਲਾਉਣਾ ਕੋਈ ਬੁਰਾ ਨਹੀਂ, ਕਿਤੇ ਵੀ ਚਲਾਇਆ ਜਾ ਸਕਦਾ, ਪਰ ਇਸ ਤਰ੍ਹਾਂ ਨਾਲ SGPC ਇਹ ਕੰਮ ਕਰੇ। ਜਿਹੜਾ ਕੰਮ SGPC ਦਾ ਹੈ ਉਹ ਨਹੀਂ ਕਰ ਰਹੀ। ਉਹ SGPC ਦਾ ਕੰਮ ਆ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ। ਸਿੱਖਾਂ ਦੀ ਆਇਡੈਂਟੀਟੀ ਦੀ ਵਜ੍ਹਾ ਕਰਕੇ ਕਈ ਵਾਰ ਉਹਨਾਂ ਨੂੰ ਮੁਸਲਿਮ ਸਮਝ ਕੇ ਉਹਨਾਂ ਦੇ ਉੱਪਰ ਹਮਲੇ ਹੁੰਦੇ ਆ, ਉਹਦੇ ਲਈ ਪੂਰਾ ਪ੍ਰਚਾਰ ਪ੍ਰਸਾਰ ਕਰਨਾ। ਗੁਰਦੁਆਰਿਆਂ ਦੀ, ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਨਾ। ਆ ਤੁਸੀਂ ਨਾਰਥ ਈਸਟ ਵਾਲੀ ਸਾਈਡ ਤੇ ਚਲੇ ਜਾਓ, ਇੱਕ ਵੀ ਸਿੱਖ ਨਹੀਂ ਹੈ ਉੱਥੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਨ ਵਾਲਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਨੇ, ਔਰ ਫਿਰ ਉਹਦੇ ਲਈ ਸੰਗਤਾਂ ਦੀਆਂ ਸੁਵਿਧਾਵਾਂ ਉੱਥੇ ਉਹਨਾਂ ਨੂੰ ਮਿਲਣ, ਉਹਦੇ ਲਈ ਇੰਤਜ਼ਾਮ ਕਰਨਾ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਆ। ਔਰ ਉਹ 1-1 ਲੱਖ ਰੁਪਇਆ ਦੇਵਾਂਗੇ। ਫਿਰ ਕੀ ਹਰ ਅੰਦੋਲਨ ਲਈ ਗੁਰੂ ਨਾਨਕ ਦਾ ਵਿਚਾਰ ਜਿਹੜਾ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਉਹ ਮਾਨਵਤਾ ਦੀ ਗੱਲ ਕਰਦੇ ਆ, ਸਭ ਨੂੰ ਇੱਕ ਬਰਾਬਰ। ਜਿੱਥੇ ਜਿੱਥੇ ਅੰਦੋਲਨ ਚੱਲਣਗੇ ਉੱਥੇ ਕੋਈ ਮੌਤ ਹੋ ਜਾਏਗੀ ਤਾਂ ਲੱਖ-ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦੇਏਗੀ। ਔਰ ਇਹਦੇ ਨਾਲ ਕੀ ਹੈ ਕਿ ਕੋਈ ਸਿੱਖ ਅੰਦੋਲਨ ਨਹੀਂ ਹੈ, ਇਹਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਸਿੱਖ। ਅੱਜ ਜਿਹੜੇ MLA ਜਿਹੜੇ ਪਹਿਲਾਂ ਸਿੱਖ ਸੀਗੇ ਉਹ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਸੀ ਤੇ IAS IPS ਵੀ ਸੀ, ਉਹਨਾਂ ਦੀ ਐਜੂਕੇਸ਼ਨ ਦੀ ਕੁਆਲਿਟੀ ਇੰਪਰੂਵ ਹੋਵੇ, ਉਹ ਅੱਗੇ ਜਾ ਕੇ ਕੰਪੀਟੀਟਿਵ ਐਗਜ਼ਾਮਸ ਦੇ ਅੰਦਰ ਅੱਗੇ ਵਧਣ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਆ। ਉਹ ਨਾ ਕਰਕੇ ਇਹ ਸਰਕਾਰ ਦੇ ਖਿਲਾਫ ਹਵਾ ਦੇਣ ਦੀ ਕੋਸ਼ਿਸ਼ ਕਰਦੇ ਆ। ਸਰਕਾਰ ਨੇ ਸਾਰੀਆਂ ਗੱਲਾਂ ਕਿਸਾਨਾਂ ਦੀਆਂ ਮੰਨ ਲਈਆਂ, ਔਰ ਮੈਂ ਅੱਜ ਵੀ ਕਹਿਣਾ ਕਿ ਆਹ ਜਿਹੜੇ ਕਮਿਊਨਿਸਟ ਤੇ ਮਾਓਵਾਦੀ ਲੀਡਰਸ਼ਿਪ ਹੈ ਇਹਨੂੰ ਪਾਸੇ ਕਰ ਦਿਓ। ਜੇ 10 ਮਿੰਟ 'ਚ ਫੈਸਲਾ ਨਾ, ਜੇ ਅਸਲੀ ਕਿਸਾਨ ਆ ਉਹਨਾਂ ਨਾਲ ਫੈਸਲਾ ਕਰਕੇ ਉੱਠਾਂਗੇ। ਇਹ ਕਿਸਾਨ ਨਹੀਂ ਹੈਗੇ, ਇਹ ਆਪਣਾ ਏਜੰਡਾ ਲਾਗੂ ਕਰ ਰਹੇ ਆ ਕਿਸਾਨ ਲੀਡਰ ਜਿਹੜੇ ਆ। ਗਰੇਵਾਲ ਜੀ ਜੀ ਹਾਂਜੀ ਸਰ, ਮੈਂ ਇਸ ਮੁੱਦੇ ਤੇ ਆਵਾਂਗਾ, ਪਰ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਮਾਨਵੀ ਅਧਿਕਾਰਾਂ ਜਾਂ ਮਾਨਵੀ ਸੇਵਾ ਦੀ ਆਪਾਂ ਗੱਲ ਕਰੀਏ ਤਾਂ ਚਾਹੇ ਦਿੱਲੀ ਦੀ ਸਰਕਾਰ ਹੈ ਜਾਂ ਕੇਂਦਰ ਦੀ ਸਰਕਾਰ ਹੈ, ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਨਾ ਇਹ ਕਿ ਉੱਥੇ ਉਹਨਾਂ ਦੇ ਜਿਸ ਤਰ੍ਹਾਂ ਦਾ ਅੰਦੋਲਨ ਚੱਲ ਰਿਹਾ ਹੈ ਉਹਨਾਂ ਦੇ ਲਈ ਬੁਨਿਆਦੀ ਸਹੂਲਤਾਂ ਜਿਹੜੀਆਂ ਜੀਵਨ ਦੇ ਲਈ ਜ਼ਰੂਰੀ ਹੈਗੀਆਂ, ਪਾਣੀ ਦੀ ਵਿਵਸਥਾ ਤੱਕ ਕੱਟ ਦਿੱਤੀ ਜਾਂਦੀ ਹੈ, ਬਿਜਲੀ ਦੇ ਕਨੈਕਸ਼ਨ ਤੱਕ ਕੱਟ ਦਿੱਤੇ ਜਾਂਦੇ ਹੈ, ਆਲੇ ਦੁਆਲੇ ਜਿਹੜੇ ਐਡੇ ਲੰਬੇ ਲੋਹੇ ਦੇ ਕਿੱਲ ਲਾ ਦਿੱਤੇ ਜਾਂਦੇ ਹੈ। ਤੇ ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹੂਲਤਾਂ ਦੇਣ ਦੀ ਗੱਲ ਕੀਤੀ ਹੈ, ਤਾਂ ਦੂਜੇ ਪਾਸੇ ਸਰਕਾਰਾਂ ਕਿਹੜਾ ਮਾਨਵੀ ਸੇਵਾ ਕਰ ਰਹੀਆਂ ਗਰੇਵਾਲ ਜੀ? ਉੱਥੇ ਸਰਕਾਰਾਂ ਮਾਨਵੀ ਸੇਵਾ, ਗੱਲ ਇਹ ਆ ਤੁਸੀਂ ਮੈਨੂੰ ਗਾਲਾਂ ਕੱਢੋ, ਤੁਸੀਂ ਮੇਰੇ ਪੱਥਰ ਮਾਰੋ, ਮੈਂ ਤੁਹਾਡੀ ਸੇਵਾ ਕਰੂੰਗਾ। ਇਹ ਕੀ ਗੱਲਾਂ ਅਸੀਂ ਕਰਨ ਲੱਗ ਗਏ? ਇਹ ਅੰਦੋਲਨ ਜਿਹੜੇ ਹੈਗੇ ਆ ਇਹ ਕੋਈ ਇਹੋ ਜਿਹੇ ਹਰ ਅੰਦੋਲਨ ਦੇ ਲਈ ਇੰਤਜ਼ਾਮ ਸਰਕਾਰਾਂ ਕਰਦੀਆਂ ਨੇ।
ਤੇ ਬਾਕੀ ਸਰਕਾਰਾਂ ਨੇ ਹੁਣ ਤੱਕ ਕੀ ਕੀਤਾ? ਉਹਨਾਂ ਨੇ ਕੀਤਾ ਕੁਛ? ਇਹ ਤਾਂ ਸਾਡੇ ਇਹ ਤਾਂ ਕਿਸਾਨ ਦੇ ਮੋਢੇ ਤੇ ਰੱਖ ਕੇ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨਾ ਔਰ ਬੀਜੇਪੀ ਦਾ ਚਿਹਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਸਰਕਾਰ ਦਾ ਚਿਹਰਾ, ਔਰ ਬੀਜੇਪੀ ਨੂੰ ਸਿੱਖਾਂ ਦੀ ਵਿਰੋਧੀ ਦਿਖਾਉਣ ਦਾ ਕੋਸ਼ਿਸ਼ ਕਰ ਰਹੇ ਆ ਸਰਕਾਰ ਨੂੰ ਵੀ। ਇਹ ਤਾਂ ਮੋਦੀ ਜੀ ਤੇ ਅਮਿਤ ਸ਼ਾਹ ਜੀ ਨੂੰ ਮੈਂ ਸਲੂਟ ਕਰਦਾ ਔਰ ਦਿੱਲੀ ਪੁਲਿਸ ਨੂੰ ਕਰਦਾ, ਜਿਨ੍ਹਾਂ ਨੇ ਇਹਨਾਂ ਨੇ ਮਾਓਵਾਦੀਆਂ ਨੇ ਦੰਗਾ ਕਰਾਉਣ ਦੀ ਕਸਰ ਨਹੀਂ ਛੱਡੀ, ਜਿਹੜੀ ਇਹਨਾਂ ਨੇ ਗੋਲੀ ਨਹੀਂ ਚਲਾਈ ਔਰ 30-30 ਫੁੱਟ ਤੋਂ ਛਾਲਾਂ ਮਾਰੀਆਂ ਨੇ। ਪੁਲਿਸ ਦੇ ਜਿਹੜੇ ਲੋਕ ਸੀ ਉਹਨਾਂ ਦੇ ਕੋਲ ਅਸਲਾ ਵੀ ਸੀਗਾ, ਉਹਨਾਂ ਦੇ ਕੋਲ ਲਾਠੀ ਡੰਡਾ ਵੀ ਸੀ, ਨਹੀਂ ਚਲਾਇਆ। ਤੇ ਇਸ ਲਈ ਇਹ ਜਿਹੜੇ ਮਾਓਵਾਦੀ ਨੇ ਇਹਨਾਂ ਨੂੰ ਇੱਕ ਪਾਸੇ ਕਰੋ, ਕਮਿਊਨਿਸਟਾਂ ਨੂੰ ਇੱਕ ਪਾਸੇ ਕਰੋ, ਕਿਸਾਨ ਦੀਆਂ ਸਾਰੀਆਂ ਗੱਲਾਂ 10 ਮਿੰਟ ਚ ਮੰਨ ਕੇ ਉੱਠਾਂਗੇ। ਇਹ ਅੰਦੋਲਨ ਨੂੰ ਖਤਮ ਨਹੀਂ ਹੋਣ ਦੇ ਰਹੇ, ਇਹਨਾਂ ਦੀ ਮਨਸ਼ਾ ਕੁਝ ਹੋਰ ਹੈ। ਜੀ ਗਰੇਵਾਲ ਜੀ, ਬਿਲਕੁਲ ਜੀ ਗਰੇਵਾਲ ਜੀ, ਮੈਂ ਤੁਹਾਡੇ ਵੱਲ ਵਾਪਸ ਆਵਾਂਗਾ। ਸਾਡੇ ਨਾਲ ਪੰਜੋਲੀ ਸਾਹਿਬ ਵੀ ਜੁੜੇ ਆ। ਪੰਜੋਲੀ ਜੀ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹੋ। ਪ੍ਰਬੰਧ 'ਚ ਲੰਬੇ ਸਮੇਂ ਤੋਂ, ਮੈਂ ਕਹਾਂਗਾ ਦਹਾਕਿਆਂ ਤੋਂ ਤੁਹਾਡੀ ਪ੍ਰਬੰਧ ਦੇ ਵਿੱਚ ਹਿੱਸੇਦਾਰੀ ਜਾਨੀ ਯੋਗਦਾਨ ਹੈ। ਗਰੇਵਾਲ ਜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਕੰਮ ਨਹੀਂ ਜੋ ਕਿਸਾਨ ਅੰਦੋਲਨ ਦੇ ਨਾਂ ਤੇ ਕੀਤੇ ਜਾ ਰਹੇ ਇਸ ਵੇਲੇ ਐਚਪੀਸੀ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਮੈਂ ਇਹ ਮਹਿਸੂਸ ਕਰਦਾ ਕਿ ਗਰੇਵਾਲ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੰਬੰਧ ਵਿੱਚ ਗੱਲ ਕਰ ਰਹੇ ਨੇ, ਇਹ ਗੱਲ ਠੀਕ ਹੈ ਕਿ ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਗੁਰਦੁਆਰੇ ਸਾਹਿਬਾਨ ਤੋਂ 5 ਪੈਸੇ ਵਿਦਿਅਕ ਫੰਡ ਲੈਂਦੀ ਹੈ, 10 ਪੈਸੇ ਧਾਰਮਿਕ ਫੰਡ ਲੈਂਦੀ ਹੈ, 10 ਪੈਸੇ ਦਸਬੰਧ ਲੈਂਦੀ ਹੈ। ਜਿਹੜਾ ਵਿਦਿਅਕ ਫੰਡ ਆ ਉਹ ਵਿਦਿਅਕ ਖੇਤਰ 'ਤੇ ਖਰਚ ਕੀਤਾ ਜਾਂਦਾ, ਜਿਹੜਾ ਧਾਰਮਿਕ ਫੰਡ ਆ ਉਹ ਧਰਮ ਦੇ ਖੇਤਰ 'ਚ ਖਰਚ ਕਰਦੇ ਹਾਂ, ਜਿਹੜਾ ਦਸਬੰਧ ਹੈ ਉਹ ਹੈੱਡ ਆਫਿਸ ਨੂੰ ਕਾਰਜ ਲਈ ਚਲਾਉਣ ਦੇ ਪ੍ਰਬੰਧਾਂ ਲਈ ਕੀਤਾ ਜਾਂਦਾ। ਲੇਕਿਨ ਸਮੇਂ-ਸਮੇਂ ਜਦੋਂ ਵੀ ਦੇਸ਼ ਦੇ ਅੰਦਰ ਕਿਤੇ ਆਫਤਾਂ ਆਈਆਂ ਨੇ, ਅਰਥਕੁਇਕ ਆਇਆ ਜਾਂ ਸੁਨਾਮੀ ਆਇਆ ਜਾਂ ਹੋਰ ਕਿਸੇ ਕਿਸਮ ਦੀ ਕੋਈ ਘਟਨਾ ਦੇਸ਼ ਵਿੱਚ ਵਾਪਰੀ ਹੈ, ਮਨੁੱਖੀ ਸਮਾਜ ਵਿੱਚ ਆਈਆਂ ਨੇ, ਤਾਂ ਉਹਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਆਪਣੇ ਜਰਨਲ ਹਾਊਸ ਦੇ ਰਾਹੀਂ ਬਹੁਤ ਸਾਰੀਆਂ ਤਬਦੀਲੀਆਂ ਕਰਕੇ ਆਪਣੇ ਸਰਬੱਤ ਦੇ ਭਲੇ ਪ੍ਰਤੀ ਜੋ ਫਰਜ਼ ਬਣਦੇ ਨੇ ਉਹਨਾਂ ਦੀ ਅਦਾਇਗੀ ਕੀਤੀ ਹੈ। ਮੈਂ ਗਰੇਵਾਲ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਹੀ ਨਹੀਂ, ਬਲਕਿ ਪਿਛਲੇ ਸਮੇਂ ਵਿੱਚ ਜਦੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਦੇਸ਼ ਨੂੰ ਮਤਲਬ ਝੰਡੋੜਿਆ, ਘੇਰਿਆ, ਤਾਂ ਬਾਹਰ ਇੱਕ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਬਿਨਾਂ ਕਿਸੇ ਜਾਤ, ਗੋਤ, ਸ਼ਕਲ, ਪਹਿਰਾਵਾ, ਬੋਲੀ, ਸੱਭਿਆਚਾਰ ਵੇਖੇ ਤੋਂ ਬਿਨਾਂ ਹਰ ਉਸ ਬੰਦੇ ਦੀ ਮਦਦ ਕਰਦੀ ਹੈ ਜਿਹੜਾ ਕੈਂਸਰ ਨਾਲ ਪੀੜਤ ਹੈ। ਅਸੀਂ ਘੱਟੋ ਘੱਟ ਵੀ 12-13 ਕਰੋੜ ਰੁਪਈਆ ਉਹਨਾਂ ਲੋਕਾਂ ਦੀ ਮਦਦ ਕਰ ਚੁੱਕੇ ਹਾਂ ਜਿਹੜੇ ਲੋਕ ਕੈਂਸਰ ਨਾਲ ਪੀੜਤ ਨੇ, ਭਾਵੇਂ ਉਹ ਹਿੰਦੂ ਨੇ, ਮੁਸਲਮਾਨ ਨੇ, ਈਸਾਈ ਨੇ, ਜੈਨੀ ਨੇ, ਬੋਧੀ ਨੇ, ਕੋਈ ਵੀ ਹੈ। ਨੰਬਰ 2 'ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਉਹ ਸਿੱਖ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਉਹਦੇ ਵਿੱਚ ਮੁਸਲਮਾਨ ਕਿਸਾਨ ਵੀ ਆ, ਈਸਾਈ ਵੀ ਆ, ਜੈਨੀ ਕਿਸਾਨ ਵੀ ਆ, ਬੋਧੀ ਕਿਸਾਨ ਵੀ ਆ, ਹਿੰਦੂ ਕਿਸਾਨ ਵੀ ਆ, ਉਹਦੇ ਵਿੱਚ ਸਿੱਖ ਕਿਸਾਨ ਵੀ ਆ, ਸਾਰੇ ਤਰ੍ਹਾਂ ਦੇ ਕਿਸਾਨ ਸ਼ਾਮਲ ਨੇ। ਇਸ ਲਈ ਇਹ ਫੈਸਲਾ ਸਿੱਖ ਕਿਸਾਨਾਂ ਕਰਕੇ ਨਹੀਂ ਕੀਤਾ ਗਿਆ, ਇਹ ਫੈਸਲਾ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਲੋਕ ਧਰਨੇ ਮੁਜ਼ਾਹਰੇ 'ਤੇ ਬੈਠੇ ਨੇ ਉਹਨਾਂ ਦੀਆਂ ਕੁਝ ਮੁਸ਼ਕਲਾਂ ਨੇ, ਕੁਝ ਉਹਨਾਂ ਦੀਆਂ ਲੋੜਾਂ ਨੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਦੇ ਮਹਾਂਵਾਕ ਅਨੁਸਾਰ ਸਾਡਾ ਫਰਜ਼ ਜਿਹੜਾ ਉਹ ਉਹਨਾਂ ਲੋਕਾਂ ਦੀ ਮਦਦ ਕਰਨਾ, ਭਾਵੇਂ ਉਹ ਕਿਸੇ ਵੀ ਜਾਤ, ਸ਼ਕਲ, ਪਹਿਰਾਵਾ, ਬੋਲੀ ਨਾਲ ਸੰਬੰਧਿਤ ਨੇ। ਗਰੇਵਾਲ ਸਾਹਿਬ ਇੱਕ ਸਿੱਖ ਪਰਿਵਾਰ 'ਚੋਂ ਪੈਦਾ ਹੋਏ ਵੇ ਨੇ, ਉਹਨਾਂ ਨੂੰ ਸਿੱਖੀ ਦੀ ਸਮਝ ਆ, ਸਿੱਖਾਂ ਦੇ ਸਿਧਾਂਤਾਂ ਦੀ ਸਮਝ ਆ। ਉਹਨਾਂ ਨੂੰ ਇਸ ਗੱਲ 'ਤੇ ਮਾਣ ਕਰਨਾ ਚਾਹੀਦਾ, ਗੌਰਵ ਕਰਨਾ ਚਾਹੀਦਾ ਕਿ ਸਾਡੀ ਪੰਥਕ ਸੰਸਥਾ ਜਿਹੜੀ ਆ ਇਸ ਵਿਪਤਾ ਵਿੱਚ ਪਏ ਕਿਸਾਨਾਂ ਦੀ ਮਦਦ 'ਤੇ ਪੂਰੀ ਦ੍ਰਿੜਤਾ ਨਾਲ ਆਪਣੇ ਫਰਜ਼ਾਂ ਦੀ ਅਦਾਇਗੀ ਕਰ ਰਹੀ ਹੈ। ਇਹ ਤਾਂ ਗਰੇਵਾਲ ਸਾਹਿਬ ਨੂੰ ਮਾਣ ਕਰਨਾ ਚਾਹੀਦਾ, ਗੌਰਵ ਹੋਣਾ ਚਾਹੀਦਾ। ਦੂਸਰੀ ਗੱਲ ਮੈਂ ਫੇਰ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਦੇ ਖੇਤਰ ਵਿੱਚ ਵੀ ਆਪਣੇ ਫਰਜ਼ਾਂ ਦੀ ਅਦਾਇਗੀ ਕਰਦੀ ਹੈ। ਜਿਹੜਾ ਜ਼ਿਕਰ ਇਹਨਾਂ ਨੇ ਕੀਤਾ ਕਿ ਬਹੁਤ ਸਾਰੇ ਮਤਲਬ ਦੱਖਣੀ ਭਾਰਤ ਦੇ ਜਾਂ ਹੋਰ ਭਾਰਤ ਦੇ ਸੂਬਿਆਂ ਵਿੱਚ ਕਿਤੇ ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਲਈ ਸਿੱਖ ਨਹੀਂ ਹੈਗੇ, ਉਹ ਅਸਲ ਕਹਾਣੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਮਿਸਿਜ਼ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ
ਜੋ ਬਹੁ ਗਿਣਤੀ ਦੇ ਮਨਾਂ ਵਿੱਚ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕੀਤੀ, ਦੋ ਫਿਰਕਿਆਂ ਨੂੰ ਲੜਾਉਣ ਦੀ ਸਾਜ਼ਿਸ਼ ਉਹਨਾਂ ਨੇ ਕੀਤੀ ਹੈ। ਉਹ ਬੜੀ ਖਤਰਨਾਕ ਖੇਡ ਖੇਡੀ ਔਰ ਬਾਕੀ ਸੂਬਿਆਂ ਵਿੱਚੋਂ ਉੱਠ ਕੇ ਲੋਕ ਪੰਜਾਬ ਵੱਲ ਨੂੰ ਵਹੀਰਾਂ ਘੱਤ ਕੇ ਆਏ, ਭੈ ਭੀਤ ਹੋਏ। ਅੱਜ ਮੈਂ ਸਮਝਦਾ ਕਿਤੇ ਨਾ ਕਿਤੇ ਉਹੋ ਜਿਹਾ ਰਸਤਾ ਬੀਜੇਪੀ ਨੇ ਵੀ ਅਖਤਿਆਰ ਕੀਤਾ ਹੋਇਆ ਕਿ ਜਦੋਂ ਤੁਸੀਂ ਬੇਰੁਜ਼ਗਾਰੀ ਘਟਾਉਣ ਵਿੱਚ ਸਫਲ ਨਹੀਂ ਹੋਏ, ਮਹਿੰਗਾਈ ਨਹੀਂ ਘਟਾ ਸਕੇ, ਜਦੋਂ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ, ਇੱਕ ਮਿੰਟ ਜੀ, ਜਦੋਂ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੁਸੀਂ ਪੂਰੀ ਤਰ੍ਹਾਂ ਅਸਫਲ ਹੋਏ, ਤਾਂ ਤੁਸੀਂ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਅੱਜ ਘੱਟ ਗਿਣਤੀਆਂ ਨੂੰ ਕੁੱਟ ਕੇ ਵੋਟਾਂ ਹਾਸਲ ਕਰਨ ਵਾਲਾ ਇੰਦਰਾ ਗਾਂਧੀ ਵਾਲਾ ਰਾਹ ਫੜ ਰਹੇ ਹੋ। ਇਹ ਦੇਸ਼ ਲਈ ਖਤਰਨਾਕ ਹੈ, ਬੀਜੇਪੀ ਲਈ ਵੀ ਖਤਰਨਾਕ ਹੈ। ਮੈਂ ਗਰੇਵਾਲ ਸਾਹਿਬ ਦੇ ਰਾਹੀਂ ਕਹਿਣਾ ਚਾਹੁੰਦਾ ਬੀਜੇਪੀ ਦੀ ਲੀਡਰਸ਼ਿਪ ਨੂੰ ਕਿ ਦੇਸ਼ ਦੀਆਂ ਜਿਹੜੀਆਂ ਲੋੜਾਂ ਨੇ, ਲੋਕਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਦੇ ਵੱਲ ਧਿਆਨ ਦੇਣ ਦਾ ਯਤਨ ਕਰੋ, ਨਾ ਕਿ ਗਿਣਤੀ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਵੋਟਾਂ ਇਕੱਠੀਆਂ ਕਰਨ ਦਾ ਰਾਹ ਖਤਰਨਾਕ ਹੈ। ਮੈਂ ਵਾਪਸ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ, ਪਰ ਇੱਕ ਸਵਾਲ ਛੋਟਾ ਜਿਹਾ ਜ਼ਰੂਰ ਉਸ ਤੋਂ ਪਹਿਲਾਂ ਲੈਣਾ ਚਾਹੁੰਦਾ ਹਾਂ। ਗਰੇਵਾਲ ਜੀ ਨੇ ਇਹ ਵੀ ਕਿਹਾ ਕਿ ਜਿਹੜਾ SGPC ਮਦਦ ਕਰ ਰਹੀ ਹੈ ਉਹਦੇ ਨਾਲ ਕਿਸਾਨ ਅੰਦੋਲਨ ਨੂੰ ਇੱਕ ਫਿਰਕੂ ਰੰਗਤ ਮਿਲ ਰਹੀ ਹੈ ਕਿ ਜਿਵੇਂ ਇੱਕ ਫਿਰਕੇ ਦਾ ਅੰਦੋਲਨ ਹੈ, ਇਸ ਕਰਕੇ ਇੱਕ ਗਲਤ ਰੰਗਤ ਪੇਸ਼ ਕੀਤੀ ਜਾ ਰਹੀ ਹੈ ਜੇ SGPC ਮਦਦ ਕਰਦੀ ਹੈ। ਨਹੀਂ, ਜੇ ਅਸੀਂ ਮਦਦ ਕਰਦੇ ਹਾਂ ਇਕੱਲੇ ਸਿੱਖਾਂ ਦੀ, ਫਿਰ ਤਾਂ ਉਹਨੂੰ ਫਿਰਕੂ ਰੰਗਤ ਦਿੱਤਾ ਜਾ ਸਕਦਾ ਜਾਂ ਕਿਹਾ ਜਾ ਸਕਦਾ। ਅਸੀਂ ਜਦੋਂ ਮਦਦ ਇਸ ਗੱਲ ਤੇ ਕਰਦੇ ਹਾਂ ਕਿ ਭਾਵੇਂ ਉੱਥੇ ਹਿੰਦੂ ਹੈ, ਜੈਨੀ ਹੈ, ਬੋਧੀ ਹੈ, ਈਸਾਈ ਹੈ, ਮੁਸਲਮਾਨ ਹੈ, ਕੋਈ ਵੀ ਹੈ, ਅਸੀਂ ਇਹ ਵੇਖ ਕੇ ਕਰੇ ਨਹੀਂ ਰਹੇ ਕਿ ਉਹ ਕਿਸਾਨ ਕਿਹੜੇ ਨੇ, ਸਿੱਖ ਕਿਸਾਨ ਨੇ, ਕੌਣ ਕਿਸਾਨ ਨੇ। ਅਸੀਂ ਤਾਂ ਅੰਦੋਲਨ ਵਿੱਚ ਸ਼ਾਮਲ ਅੰਦੋਲਨਕਾਰੀਆਂ ਦੀ ਇਹ ਮਦਦ ਕਰ ਰਹੇ ਹਾਂ ਕਿ ਉਹਨਾਂ ਨੂੰ ਭੁੱਖਿਆਂ ਨੂੰ ਸਮੇਂ ਸਿਰ ਪ੍ਰਸ਼ਾਦਾ ਮਿਲ ਜਾਵੇ, ਉਹਨਾਂ ਨੂੰ ਬਾਰਿਸ਼ ਤੋਂ ਮਤਲਬ ਸਹੂਲਤ ਮਿਲ ਜਾਵੇ, ਉਹਨਾਂ ਨੂੰ ਲੈਟਰਨ ਬਾਥਰੂਮ ਦੇ ਪ੍ਰਬੰਧ ਹੋ ਜਾਣ। ਇਹ ਸਾਡਾ ਮਕਸਦ ਹੈ। ਹੋਰ ਸਾਡਾ ਮਕਸਦ ਇਹ ਥੋੜ੍ਹਾ ਕਿ ਇਹ ਸਿੱਖ ਨੇ ਜਾਂ ਮੁਸਲਮਾਨ ਨੇ, ਕੌਣ ਨੇ। ਇਸ ਕਰਕੇ ਰੰਗਤ ਵਾਲੀ ਗੱਲ ਕੋਈ ਇਸ ਕਿਸਮ ਦੀ ਗੱਲ ਨਹੀਂ ਹੈ। ਮਿਹਰਬਾਨੀ, ਤੁਹਾਡੀ ਗੱਲ ਆ ਗਈ। ਪ੍ਰੋਫੈਸਰ ਮਨਜੀਤ ਸਿੰਘ ਜੀ, ਇਸ ਮੁੱਦੇ ਤੇ ਸਵਾਲ ਜੋ ਗਰੇਵਾਲ ਸਾਹਿਬ ਨੇ ਸਵਾਲ ਖੜਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਦੀ ਮਦਦ ਕਰ ਰਹੀ ਹੈ, ਉਹਦੇ ਨਾਲ SGPC ਦੇ ਇਸ ਕਾਰਵਾਈ ਦੇ ਨਾਲ ਫਿਰਕੂ ਰੰਗਤ ਦਾ ਜਿਹੜਾ ਰੰਗ ਹੈ ਉਹ ਦਿੱਤਾ ਜਾ ਰਿਹਾ ਹੈ। ਇਹ ਕਿਸਾਨ ਅੰਦੋਲਨ ਨਹੀਂ, ਸਗੋਂ ਕੁਝ ਹੋਰ ਜਿਹੜੀਆਂ ਤਾਕਤਾਂ ਹੈਗੀਆਂ, ਮਾਓਵਾਦੀ ਹੈ, ਦੂਜੇ ਹੈ, ਉਹਨਾਂ ਦੇ ਹੱਥਾਂ 'ਚ ਜਾ ਰਿਹਾ ਹੈ। ਇਸ ਕਰਕੇ SGPC ਜਿਹੜੀ ਹੈਗੀ ਹੈ ਇਸ ਮਾਮਲੇ ਤੇ ਗਲਤ ਕਰ ਰਹੀ ਹੈ। ਸਿੱਧੂ ਸਾਹਿਬ, ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਇੱਕ ਪਾਸੇ ਇੱਕ ਸਿੱਖ ਫਲਸਫਾ ਆ ਜਿਹੜਾ ਗੁਰੂ ਨਾਨਕ ਦੇਵ ਜੀ, ਕਬੀਰ, ਫਰੀਦ, ਗੁਰੂ ਰਵਿਦਾਸ ਜੀ ਨੇ ਸਾਨੂੰ ਦਿੱਤਾ, ਹੋਰਨਾਂ ਬਹੁਤ ਸਾਰੇ ਭਗਤਾਂ ਨੇ ਸਾਨੂੰ ਦਿੱਤਾ, ਔਰ ਦੂਸਰਾ ਹੈ ਇਨਸਾਫ ਦੀ ਲੜਾਈ। ਇਹ ਦੋਵੇਂ ਗੱਲਾਂ ਇਕੱਠੀਆਂ ਹੀ ਚੱਲਦੀਆਂ, ਫਲਸਫਾ ਤੇ ਲੜਾਈ। ਜਿਹੜਾ ਫਲਸਫਾ ਉਹ ਸਾਨੂੰ ਇਹ ਕਹਿੰਦਾ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਧਰਮਾਂ ਤੋਂ ਉੱਪਰ ਉੱਠ ਕੇ ਮਾਨਵਤਾ ਨੂੰ, ਜਿਵੇਂ ਹੁਣੇ ਦੱਸਿਆ ਗਿਆ ਆ, ਤਾਂ ਉਹ SGPC ਦੇ ਮੈਂਬਰ ਸਾਹਿਬਾਨ ਵੱਲੋਂ ਕਿ ਉਸ ਨੂੰ ਅਸੀਂ ਗਲੇ ਲਾਈਏ। ਮਾਨਵਤਾ ਹੀ ਸਾਡੇ ਲਈ ਸਰਵਉੱਤਮ ਹੈਗੀ ਆ, ਜਾਤਾਂ ਧਰਮਾਂ ਦੇ ਉਤੋਂ ਉੱਪਰ ਉੱਠ ਕੇ। ਅਤੇ ਕੁਦਰਤੀ ਹੈ ਜਦ ਇਹ ਮਨਸ਼ਾ ਹੈਗੀ ਆ ਅਤੇ ਉਹਦੇ 'ਚ ਇਹ ਧਰਮ ਉਸ ਤਰ੍ਹਾਂ ਦਾ ਨਹੀਂ ਹੈ ਕਿ ਸਿੰਪਲੀ ਤੁਸੀਂ ਆਪਣੀਆਂ ਧਾਰਮਿਕ ਸੇਵਾਵਾਂ, ਜਿਸ ਤਰ੍ਹਾਂ ਕਿਤੇ ਗ੍ਰੰਥੀ ਲਾ ਗੁਰਦੁਆਰੇ ਨੂੰ ਰਿਪੇਅਰ ਕਰਤਾ, ਕਿਤੇ ਕੁਛ ਹੋਰ ਕਰਤਾ। ਇਹ ਇੱਥੇ ਤੱਕ ਸੀਮਤ ਇਹ ਫਲਸਫਾ ਨਹੀਂ ਹੈ। ਜਿੱਥੇ ਤੱਕ ਵਿਚਾਰ ਦਾ ਗੱਲ ਆ ਉਹ ਬੜਾ ਸਾਫ਼ ਆ। ਮੇਰਾ ਖਿਆਲ ਗਰੇਵਾਲ ਸਾਹਿਬ ਨੂੰ ਉਹਦੇ 'ਤੇ ਕੋਈ ਓਬਜੈਕਸ਼ਨ ਨਹੀਂ ਆ। ਉਹਨਾਂ ਨੂੰ ਇਹ ਹੈ ਕਿ ਇੱਕ ਮੂਵਮੈਂਟ ਆ ਕਿਸਾਨਾਂ ਦੀ, ਉਹਦਾ ਰੰਗਤ ਰਾਜਨੀਤਿਕ ਹੈਗੀ ਆ। ਇਹ ਉੱਥੇ ਧਰਮ ਦੇ ਵਿੱਚ ਹੁੰਦੇ ਹੋਏ ਕੀ ਲੈਣ ਜਾ ਰਹੇ ਆ, ਇਹੀ ਗੱਲ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੇ 10ਵੇਂ ਗੁਰੂ ਆ ਜਾਂ 9ਵੇਂ ਗੁਰੂ ਤੋਂ ਕਹਿ ਲਓ ਤੁਸੀਂ, ਉਹਨਾਂ ਨੇ ਫਿਰ ਜਿਹੜਾ ਇਸ ਪਾਸੇ ਨੂੰ ਕਿ ਜਿਹੜੀ ਬੇਇਨਸਾਫੀ ਕਿਸੇ ਵੀ ਕਿਸਮ ਦੀ ਹੋਵੇ, ਉਹ ਕਿਸਾਨਾਂ ਨਾਲ ਆ, ਉਹ ਭਾਵੇਂ ਰੋਹਿੰਗਿਆ ਨਾਲ ਨਾਰਥ ਈਸਟ ਵਿੱਚ ਆ, ਭਾਵੇਂ ਉਹ ਕਿਸੇ ਤੂਫਾਨ ਭੁਚਾਲ ਕਰਕੇ ਲੋਕ ਪੀੜਤ ਹੋ ਗਏ ਆ, ਲੋਕ ਜਿਹਨੂੰ ਕਹਿੰਦੇ ਆ ਕਿ ਮਾਈਗਰੈਂਟ ਕਿਤੇ ਬਾਹਰ ਕੱਢੇ ਜਾ ਰਹੇ, ਇਹ ਸਾਰੀ ਪ੍ਰਤਾੜਿਤ ਜਿਹਨੂੰ ਕਹਿੰਦੇ ਕੀਤੇ ਗਏ ਆ। ਇਹ ਸਾਰੇ ਦੇ ਜਿੱਥੇ ਵੀ ਇਹੋ ਜਿਹਾ ਮਸਲਾ ਆ, ਸਿੱਖ ਸਮੁਦਾਇ ਉੱਥੇ ਫਾਈਨੈਂਸ਼ੀਅਲ ਮਦਦ ਲਈ ਵੀ, ਲੰਗਰ ਲਈ ਵੀ, ਪੈਸੇ ਧੇਲੇ ਲਈ, ਕੱਪੜੇ ਲਈ ਅਤੇ ਹੋਰ ਸਹੂਲਤਾਂ ਜਿਹੜੀਆਂ ਮਾਨਵਵਾਦੀ ਸਾਨੂੰ ਸਿਖਾਇਆ ਜਾਂਦਾ ਸਿੱਖ ਫਲਸਫੇ 'ਚ, ਉਹਦੇ ਲਈ ਗਏ ਆ। ਔਰ ਲੋੜ ਪਏ ਤੇ ਲੜਾਈ ਵੀ ਕਰਦੇ ਆ। ਮਤਲਬ ਲੜਾਈ ਦਾ ਮਤਲਬ ਇਹ ਨਹੀਂ ਵੀ ਡਾਂਗਾਂ ਚੁੱਕ ਕੇ ਗੋਲੀਆਂ ਬੰਦੂਕਾਂ ਲੈ ਕੇ। ਲੜਾਈ ਦਾ ਮਤਲਬ ਇੱਕ ਰਾਜਨੀਤਿਕ ਦਬਾਅ ਬਣਾਉਣਾ, ਇੱਕ ਇਕੱਠ ਕਰਨਾ, ਰੈਲੀਆਂ ਕਰਨੀਆਂ, ਜੇਲਾਂ ਭਰਨੀਆਂ, ਇਹ ਕਰਦੇ ਰਹੇ, ਮੋਰਚੇ ਲੱਗਦੇ ਰਹੇ, ਅਕਾਲੀ ਦਲ ਵੀ ਲਾਉਂਦਾ ਰਿਹਾ,
ਉਹ ਹੈ ਤੇ ਵਿਚਾਰਾਂ ਦੀ ਲੜਾਈ। ਦੋ ਇੱਕ ਪੋਲੀਟੀਕਲ ਰੂਪ ਆ, ਜਿਵੇਂ ਬੀਜੇਪੀ ਦਾ ਆਰਐਸਐਸ ਦਾ ਇੱਕ ਰੂਪ ਪ੍ਰਚਾਰਾਂ ਵਾਲਾ ਰੂਪ ਆ, ਦੂਜਾ ਉਹਨਾਂ ਦਾ ਪੋਲੀਟੀਕਲ ਵਿੰਗ ਬੀਜੇਪੀ ਹੈਗੀ ਆ। ਇਹੋ ਹੀ ਅਕਾਲੀ ਦਲ ਦਾ ਇੱਕ ਸਿੱਖੀ ਵਾਲਾ ਰੂਪ ਹੈਗਾ ਆ, ਜਿਹੜਾ ਮਾਰਗ ਦਰਸ਼ਨ ਦੀ ਪੂਰੀ ਦੱਸਦੇ ਆ ਕਿ ਸਾਨੂੰ ਜੀਵਨ ਜਾਂਚ ਕੀ ਹੋਣੀ ਚਾਹੀਦੀ ਆ। ਦੂਜਾ ਉਹਨਾਂ ਦਾ ਰਾਜਨੀਤਿਕ ਵਿੰਗ ਵੀ। ਤੇ ਇਸ ਕਰਕੇ ਮੈਨੂੰ ਲੱਗਦਾ ਐਸਜੀਪੀਸੀ ਦਾ ਜਿਹੜਾ ਹੈਗਾ ਕਿ ਇਹ ਜਿਹੜੀ ਗਰੇਵਾਲ ਜੀ ਗੱਲ ਕਹਿੰਦੇ ਆ ਕਿ ਉਹ ਉਸ ਮੈਂਡੇਟ ਤੋਂ ਬਾਹਰ ਨਹੀਂ ਹੈਗਾ। ਹੋਰ ਵੀ ਬਹੁਤ ਸਾਰੇ ਜਿਸ ਤਰ੍ਹਾਂ ਹੁਣ ਕਿਸਾਨ ਆ, ਕਿਸਾਨ ਖੇਤੀ ਕਰਦੇ, ਜੇ ਕਿਸਾਨ ਨਾ ਰਹਿਣਗੇ ਤੇ ਐਸਜੀਪੀਸੀ ਕਿੱਥੇ ਰਹੂਗੀ। ਐਸਜੀਪੀਸੀ ਦੇ ਵਿੱਚ ਕਿੰਨੇ ਕਿਸਾਨ ਮਜ਼ਦੂਰ ਹੋਰ ਸਭ ਕਿਸਮ ਦੇ ਤਬਕੇ, ਉਹ ਉਹਨਾਂ ਦੀ ਜੇ ਉਹਨਾਂ ਤੇ ਧੱਕਾ ਅੱਜ ਪਿਆ ਹੈ ਤੇ ਇਹ ਨੈਚੁਰਲੀ ਕੁਦਰਤੀ ਫਰਜ਼ ਬਣਦਾ ਕਿ ਹਰ ਕਿਸਮ ਦੇ ਲੰਗਰ ਉੱਥੇ ਜਾਓ ਤੁਸੀਂ, ਉੱਥੇ ਗਿਆਨ ਦਾ ਲੰਗਰ ਆ, ਉੱਥੇ ਭਰੋਸੇ ਦਾ ਲੰਗਰ ਆ, ਉੱਥੇ ਡਾਕਟਰਾਂ ਦਾ ਦਵਾਈਆਂ ਦਾ ਲੰਗਰ ਆ, ਉੱਥੇ ਹੋਰ ਸਹੂਲਤਾਂ ਦਾ ਲੰਗਰ ਆ, ਹਰ ਚੀਜ਼ ਦਾ ਲੰਗਰ। ਲੰਗਰ ਇਕੱਲਾ ਖਾਣ ਪੀਣ ਦਾ ਤਾਂ ਨਹੀਂ ਨਾ ਹੈਗਾ। ਉਸ ਕਿਸਮ ਦੀ ਜਿਹੜੀ ਸਾਰੀ ਮਾਨਸਿਕਤਾ ਤੇ ਜਿਹੜੀ ਚੱਲ ਰਹੀ ਹੈ, ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਗਰੇਵਾਲ ਸਾਹਿਬ ਨੂੰ ਆਪਣਾ ਜਿਹੜਾ ਘੇਰਾ ਸੋਚਣ ਦਾ ਉਹਨੂੰ ਬਰੌਡ ਕਰਨਾ ਚਾਹੀਦਾ। ਔਰ ਮੇਰਾ ਤਾਂ ਖਿਆਲ ਸਗੋਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇਸ ਗੱਲ ਦਾ ਕਿ ਮੈਂ ਜਿੱਦਣ ਪਹਿਲੇ ਦਿਨ 27 ਤਰੀਕ ਨੂੰ ਦੇਖਿਆ ਸਿੱਧੂ ਸਾਹਿਬ, ਉੱਥੇ ਕੁਛ ਨਹੀਂ ਸੀ, ਸੜਕ ਸੀਗੀ ਔਰ ਉੱਪਰੋਂ ਲੋਕਾਂ ਦੀ ਕੁੱਟਮਾਰ ਹੋ ਕੇ ਹਟੀ ਸੀਗੀ, ਟੀਅਰ ਗੈਸ ਸੈੱਲ ਚੱਲੇ ਸੀ। 27 ਨਵੰਬਰ ਦੀ ਮੈਂ ਗੱਲ ਕਰ ਰਿਹਾ। ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਐਸਜੀਪੀਸੀ ਜਿਹੜੀ ਦਿੱਲੀ ਵਾਲੇ ਆ, ਸਰਸਾ ਸਾਹਿਬ ਮਨਜਿੰਦਰ ਸਿੰਘ ਸਰਸਾ, ਉਹਨਾਂ ਨੇ ਸੜਕ ਦੇ ਉੱਤੇ ਕੋਈ ਐਵੇਂ ਥੱਲੇ ਕੱਖ ਵੀ ਨਹੀਂ ਸੀਗਾ, ਬੈਠਣ ਨੂੰ ਵੀ ਕੁਛ ਨਹੀਂ ਸੀ, ਲੰਗਰ ਲਾਤਾ ਸੀ। ਇਹ ਜਿਹੜੀ ਸੰਸਥਾਵਾਂ ਉਹਦੀ ਸਾਨੂੰ ਸਗੋਂ ਇਹਨਾਂ ਹਾਲਾਤਾਂ 'ਚ ਐਪਰੀਸੀਏਸ਼ਨ ਕਰਨੀ ਚਾਹੀਦੀ ਆ, ਨਾ ਕਿ ਆਪਾਂ ਕਹੀਏ ਕਿ ਆਹ ਜੋ ਕਰ ਰਹੇ ਆ। ਥੈਂਕ ਯੂ। ਆਪਾਂ ਜਵਾਬ ਲੈਣੇ ਗਰੇਵਾਲ ਸਾਹਿਬ ਤੋਂ ਜੀ। ਗਰੇਵਾਲ ਸਾਹਿਬ, ਜਿੱਦਾਂ ਤੁਸੀਂ ਕਹਿ ਰਹੇ ਕਿ ਐਸਜੀਪੀਸੀ ਦੇ ਪ੍ਰਧਾਨ ਨੂੰ ਪੱਤਰ ਲਿਖਿਆ ਹੈ, ਦੂਜੇ ਪਾਸੇ ਪੰਜੌਲੀ ਜੀ ਵੀ ਐਸਜੀਪੀਸੀ ਦੇ ਸੀਨੀਅਰ ਮੈਂਬਰ ਹੈ, ਉਹਨਾਂ ਦਾ ਵੀ ਕਹਿਣਾ ਹੈ ਔਰ ਪ੍ਰੋਫੈਸਰ ਮਨਜੀਤ ਸਿੰਘ ਦਾ ਵੀ ਕਿ ਜਿਸ ਤਰ੍ਹਾਂ ਦੀ ਭਾਜਪਾ ਦੀ ਨੀਤੀ ਹੈ ਕਿ ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਨ ਦੀ ਨੀਤੀ ਜਿਵੇਂ ਇੰਦਰਾ ਗਾਂਧੀ ਨੇ ਚਲਾਈ ਸੀ, ਉਸ ਨੀਤੀ ਤੇ ਭਾਜਪਾ ਇਸ ਵੇਲੇ ਚੱਲ ਰਹੀ ਹੈ। ਤੇ ਜੇ ਕਿਸਾਨੀ ਅੰਦੋਲਨ ਦੀ ਗੱਲ ਆ ਤਾਂ ਮਾਨਵਤਾ ਦੇ ਆਧਾਰ ਤੇ ਮਦਦ ਕਰ ਰਿਹਾ ਹੈ। ਇਹਦੇ 'ਚ ਕੋਈ ਇੱਕ ਫਿਰਕਾ ਨਹੀਂ, ਉਹਦੇ 'ਚ ਹਿੰਦੂ ਵੀ ਹੈ, ਸਿੱਖ ਵੀ ਹੈ, ਕ੍ਰਿਸਚਨ ਵੀ ਹੈ, ਕਿਸਾਨ ਸਭ ਦੇ ਸਾਂਝੇ ਹੈ। ਜੀ ਗਰੇਵਾਲ ਜੀ। ਪਹਿਲੀ ਗੱਲ ਤਾਂ ਦੋਨੋਂ ਹੀ ਜਿਹੜੇ ਸਾਡੇ ਮਿੱਤਰ ਆ, ਸੂਝਵਾਨ ਨੇ, ਸਿੱਖੀ ਸਿਧਾਂਤ ਨੂੰ ਵੀ ਸਮਝਦੇ ਆ। ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਪੰਜੌਲੀ ਸਾਹਿਬ ਨੂੰ ਕਿ ਕੀ ਐਸਜੀਪੀਸੀ ਬਾਕੀ ਵੀ ਅੰਦੋਲਨ ਚੱਲਦੇ ਆ ਦੇਸ਼ 'ਚ, ਜਗ੍ਹਾ ਜਗ੍ਹਾ ਚੱਲਦੇ ਰਹਿੰਦੇ ਆ, ਉੱਥੇ ਇਸ ਤਰ੍ਹਾਂ ਦੀਆਂ ਮਦਦਾਂ ਕਰਦੀ ਹੈ? ਇਹ ਮੋਦੀ ਜੀ ਦੇ ਖਿਲਾਫ ਇੱਕ ਇਹਨੂੰ ਟੂਲ ਦੇ ਤੌਰ ਤੇ ਅੰਦੋਲਨ ਨੂੰ ਵਰਤਿਆ ਜਾ ਰਿਹਾ ਸਰਕਾਰ ਦੇ ਖਿਲਾਫ। ਇਸ ਗੱਲ ਤੇ ਵੀ ਮੇਰਾ ਆਬਜੈਕਸ਼ਨ ਹੈ, ਕਿਉਂਕਿ ਧਾਰਮਿਕ ਸੰਸਥਾਵਾਂ ਨੂੰ ਇਹਦੇ 'ਚ ਇਸ ਤਰ੍ਹਾਂ ਦੀ ਹਮਾਇਤ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ। ਇਹਦੇ ਨਾਲ ਇੱਕ ਉਹ ਤਾਂ ਉਹਨਾਂ ਲਈ ਤਾਂ ਸਰਕਾਰ ਵੀ ਉੱਦਾਂ ਹੀ ਆ, ਬਾਕੀ ਲੋਕ ਵੀ ਉੱਦਾਂ ਹੀ ਆ, ਸਾਰੇ ਹੀ ਬਰਾਬਰ ਆ। ਸਰਕਾਰ ਕੋਈ ਧੱਕਾ ਨਹੀਂ ਕਰ ਰਹੀ। ਮੈਂ ਇਹਨਾਂ ਨੂੰ ਪੰਜੌਲੀ ਸਾਹਿਬ ਨੂੰ ਅੱਜ ਕਹਿਣਾ ਔਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਵੀ ਕਹਿਣਾ ਕਿ ਭਾਈ ਆ ਜੋਗਿੰਦਰ ਯਾਦਵ ਤੇ ਇਹਨਾਂ ਨੂੰ ਛੱਡ ਕੇ ਆ ਜਾਓ, ਤੇ ਜੇ 10 ਮਿੰਟ 'ਚ ਫੈਸਲਾ ਨਾ ਹੋ ਜੇ ਕਿਸਾਨਾਂ ਦਾ, ਔਰ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ ਔਰ ਮੰਨੀਆਂ ਵੀ ਨੇ। ਜਦੋਂ ਕਿ ਉੱਠ ਕੇ ਉਹ ਲੋਕ ਬਾਹਰੋਂ ਜਦੋਂ ਵੀ ਗੱਲ ਹੁੰਦੀ ਆ, ਉਹ ਇੱਕ ਦਰਸ਼ਨਪਾਲ ਨੇ, ਇੱਕ ਜੋਗਿੰਦਰ ਯਾਦਵ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰ ਦਿੰਦੇ ਆ, ਸਾਡੀ ਨਹੀਂ ਗੱਲ ਹੋਈ, ਅਜੇ ਬਾਹਰ ਆ ਕੇ ਉਹਨਾਂ ਲੋਕਾਂ ਨੇ ਗੱਲ ਨਹੀਂ ਕੀਤੀ ਹੁੰਦੀ ਤੇ ਅਸੀਂ ਨਹੀਂ ਮੰਨਣਾ। ਇਹ ਕੋਈ ਗੱਲਾਂ ਥੋੜਾ ਨੇ, ਇਸ ਤਰ੍ਹਾਂ ਥੋੜਾ ਹੁੰਦਾ ਹੈਗਾ ਜਿਸ ਤਰ੍ਹਾਂ ਚੱਲ ਰਿਹਾ ਹੈ। ਔਰ ਇਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਉਹਨਾਂ ਦਾ ਰੋਲ ਇਹ ਬਣਦਾ ਕਿ ਉਹਨਾਂ ਨੂੰ ਸਹੀ ਸਿੱਖਿਆ ਵੀ ਦੇ ਦੇਣ ਔਰ ਜਿਸ ਤਰ੍ਹਾਂ ਦੇ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਉਹ ਠੀਕ ਨਹੀਂ ਹੈਗੀਆਂ। ਔਰ ਸਰਕਾਰ ਦੇ ਖਿਲਾਫ ਇੱਕ ਸਾਜ਼ਿਸ਼ ਹੋ ਰਹੀ ਹੈ ਇਹ। ਔਰ ਇਹ ਅੱਜ ਕਹਿ ਰਹੇ ਆ ਕਿ ਯੂਕੇ ਦੀ ਪਾਰਲੀਮੈਂਟ 'ਚ ਆ ਹੋ ਗਿਆ, ਉੱਥੇ ਆ ਹੋ ਗਿਆ। ਇਹ ਕਿਸ ਤਰ੍ਹਾਂ ਕਰਕੇ ਇਹਨਾਂ ਨੇ ਗਰੋ ਕੀਤੀ ਹੈ ਵਿਚਾਰਧਾਰਾ, ਕਿਸ ਤਰ੍ਹਾਂ ਦੇਸ਼ ਦੇ ਖਿਲਾਫ ਇੱਕ ਬਾਹਰ ਲੋਕਾਂ ਨੇ ਖੜਾ ਕੀਤਾ ਸਿਸਟਮ, ਇਹ ਸਾਰਾ ਕੁਝ ਪਤਾ, ਸਾਰੀ ਜਾਣਕਾਰੀ ਹੈ ਇਹਨਾਂ ਨੂੰ। ਜੀ ਗਰੇਵਾਲ ਜੀ, ਮੈਂ ਮਿਹਰਬਾਨੀ, ਮੈਂ ਵਾਪਸ ਆਵਾਂਗਾ, ਆਪਣੀ ਮਜਬੂਰੀ ਹੈ, ਬ੍ਰੇਕ ਲੈਣੀ ਪੈਣੀ ਹੈ। ਮੈਂ ਤੁਹਾਡੇ ਤੋਂ ਸਵਾਲ ਲਵਾਂਗਾ ਇਸੇ ਮੁੱਦੇ ਤੇ। ਠੀਕ ਹੈ ਸਰ। ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਤੇ ਇੰਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਗਰੇਵਾਲ ਸਾਹਿਬ, ਬ੍ਰੇਕ ਤੋਂ ਪਹਿਲਾਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ। ਤੁਸੀਂ ਕਹਿ ਰਹੇ ਸੀ ਕਿ ਇਹ ਸਰਕਾਰ ਦੇ ਖਿਲਾਫ ਸਾਜ਼ਿਸ਼ ਦੀ ਗੱਲ ਆ ਜਾਂ ਐਸਜੀਪੀਸੀ ਏਦਾਂ ਕਿੰਨੇ ਜਿਹੜੇ ਅੰਦੋਲਨ ਉਹਨਾਂ ਦੀ ਹਮਾਇਤ ਕਰਦੀ ਹੈ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਸਵਾਲ ਕੱਲਾ ਐਸਜੀਪੀਸੀ ਦਾ ਨਹੀਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਹ ਗੱਲ ਕਹੀ ਸੀ ਕਿ ਕਿਸਾਨ ਅੰਦੋਲਨ ਦੀ ਸਿੱਖ ਭਾਈਚਾਰੇ ਨੂੰ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਮਾਨਵੀ ਅਧਿਕਾਰਾਂ ਲਈ, ਇਨਸਾਫ ਲਈ ਲੜਾਈ ਲੜ ਰਹੇ ਹੈ। ਇਹ ਗੱਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਕਹੀ ਗਈ ਹੈ ਔਰ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਪਹਿਲੇ ਇਹਦੇ ਯੋਗਦਾਨ ਪਾ ਰਹੀ ਹੈ।
ਇਹਦੇ ਜੀ, ਚ ਗਰੇਵਾਲ ਜੀ। ਜਗਤਾਰ ਜੀ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਅਸੀਂ ਕਿੰਨੀ ਵਾਰ ਗੱਲ ਹੋਈ, 7-7 ਘੰਟੇ ਇਹਨਾਂ ਨੂੰ ਸੁਣਿਆ ਗਿਆ ਤੇ ਉਸ ਦੇ ਬਾਵਜੂਦ ਵੀ ਇਹਨਾਂ ਲੋਕਾਂ ਨੇ ਜਿਹੜਾ ਬਿਲਕੁਲ ਗੱਲਾਂ ਸਾਰੀਆਂ ਮੰਨ ਕੇ ਔਰ ਫੈਸਲੇ ਤੱਕ ਪਹੁੰਚ ਕੇ ਉਸ ਤੋਂ ਬਾਅਦ ਇਹ ਜਿਹੜੇ ਕਮਿਊਨਿਸਟ ਲੀਡਰ ਨੇ ਤੇ ਇਹ ਉਗਰਾਹਾਂ ਵਗੈਰਾ ਜਿੰਨੇ ਆ, ਇਹਨਾਂ ਨੇ ਜੋਗਿੰਦਰ ਯਾਦਵ ਨੇ, ਇਹਨਾਂ ਨੇ ਜਾਣ ਬੁੱਝ ਕੇ ਗੱਲ ਦਾ ਪੂਰਾ ਨਹੀਂ ਹੋਣ ਦਿੰਦੇ। ਇਹ ਕਿਸਾਨ ਦੇ ਮੋਢੇ ਨੂੰ ਇਸਤੇਮਾਲ ਕਰਦੇ ਆ ਆਪਣੀ ਵਿਚਾਰਧਾਰਾ ਫੈਲਾਉਣ ਲਈ, ਆਪਣੇ ਹਿੱਤ ਸਾਧਣ ਦੇ ਲਈ। ਇਹ ਕਿਸਾਨ ਦਾ ਅੰਦੋਲਨ ਨਾ ਹੋ ਕੇ ਇਹ ਇਹਨਾਂ ਚੰਦ ਲੋਕਾਂ ਦਾ ਅੰਦੋਲਨ ਆ। ਕਿਸਾਨ ਨੂੰ ਤਾਂ ਇਹ ਕਹਿ ਕੇ ਲੈ ਗਏ ਭਾਈ ਤੇਰੀ ਜ਼ਮੀਨ ਖੋਹ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀ ਹੈ। ਹੁਣ ਮੈਨੂੰ ਵੀ ਪਤਾ, ਮੈਂ ਵੀ ਕਿਸਾਨ ਆ, ਮੇਰੀ ਵੀ ਜ਼ਮੀਨ ਹੈਗੀ ਆ। ਜੇ ਮੈਨੂੰ ਕੋਈ ਕਹੇ ਤੇਰੀ ਜ਼ਮੀਨ ਖੋਲਾਂਗੇ, ਮੈਂ ਕਾਨੂੰਨ ਨੂੰ ਮੰਨਣ ਵਾਲਾ, ਉਸ ਦੇ ਬਾਵਜੂਦ ਮੈਂ ਜਗਤਾਰ ਜੀ ਇਹ ਕਹੂੰਗਾ ਕਿ ਮੈਂ ਤੈਨੂੰ ਜਾਂ ਮਰ ਜਾਊਂਗਾ ਜਾਂ ਮਾਰ ਦੂੰਗਾ, ਆ ਤੂੰ ਮੇਰੀ ਜ਼ਮੀਨ ਤੇ ਉਹ ਮਰਨ ਤੇ ਹੋ ਕੇ ਗਏ ਹੋਏ ਆ। ਉਹਨਾਂ ਨੂੰ ਉੱਥੇ ਲੈ ਕੇ ਜਾ ਕੇ ਬਾਰਡਰਾਂ ਤੇ ਬਿਠਾਤਾ। ਇਹ ਚੰਦ ਲੋਕ ਜਿਹੜੇ ਉਹਨਾਂ ਨੂੰ ਗੁੰਮਰਾਹ ਕਰ ਰਹੇ ਆ, ਕਿਸਾਨ ਦਾ ਮੋਢਾ ਇਸਤੇਮਾਲ ਕਰ ਰਹੇ ਆ ਦੇਸ਼ ਨੂੰ ਤੇ ਸਰਕਾਰ ਨੂੰ ਬਦਨਾਮ ਕਰਨ ਦੇ ਲਈ। ਫਿਰ ਖੁਸ਼ ਹੁੰਦੇ ਆ ਕਿ ਵਿਦੇਸ਼ਾਂ ਚ ਆ ਹੋ ਗਿਆ, ਫਲਾਨੀ ਜਗ੍ਹਾ ਹੋ ਗਿਆ, ਕੋਈ ਅੱਛੀ ਗੱਲ ਆ। ਜੀ ਜੀ ਗਰੇਵਾਲ ਜੀ, ਮੈਂ ਸਵਾਲ ਅੱਗੇ ਵੀ ਲਵਾਂਗਾ, ਪਰ ਇੱਕ ਸਵਾਲ ਜਿਹੜਾ ਛੋਟਾ ਜਿਹਾ ਜ਼ਰੂਰ ਤੁਹਾਡੇ ਤੋਂ ਲੈਣਾ ਚਾਹੁੰਦਾ ਹੈ। ਕੱਲਾ ਇੱਥੇ ਜਿਹੜਾ ਹੈ ਜੋਗਿੰਦਰ ਯਾਦਵ ਦੀ ਗੱਲ ਨਹੀਂ ਹੈ, ਨਾ ਡਾਕਟਰ ਦਰਸ਼ਨਪਾਲ ਦੀ ਗੱਲ ਹੈ। ਜੇ ਇੰਗਲੈਂਡ ਦੀ ਜਿਹੜੀ ਸੰਸਦ ਹੈ ਉਹਦੇ 'ਚ ਕਿਸਾਨੀ ਮੁੱਦਿਆਂ ਤੇ ਚਰਚਾ ਹੋ ਜੇ ਇੱਦਾਂ ਹੀ ਜਿਹੜਾ ਕੈਨੇਡਾ ਦੇ ਵਿੱਚ ਦੂਜੇ ਮੁਲਕਾਂ ਦੇ ਅੰਦਰ ਕਿਸਾਨੀ ਅੰਦੋਲਨ ਦੇ ਹਮਾਇਤ ਦੇ ਵਿੱਚ, ਆਪਾਂ ਚੰਡੀਗੜ੍ਹ ਦੇ ਰਹਿਣ ਵਾਲੇ ਹਾਂ, ਜੇ ਇੱਥੇ ਚੌਂਕਾਂ ਦੇ ਵਿੱਚ ਲੋਕ ਝੰਡੇ ਫੜ ਕੇ ਖੜੇ ਹੋਣ, ਮੈਂ ਤਾਂ ਗਰੇਵਾਲ ਜੀ ਹੈਰਾਨ ਹੋਣਾ ਕਿ ਲੋਕਾਂ ਕੋਲੇ ਗੱਡੀਆਂ ਤੇ ਅੱਡੇ ਜਿੱਦਾਂ ਦੇ ਪਿੰਡਾਂ 'ਚ ਅੱਗੇ ਹੁੰਦੇ ਸੀ ਨਾ ਅਨਪੜ੍ਹ ਜੇ ਵੱਡੇ ਵੱਡੇ ਡੰਡੇ ਆ ਤੇ ਉਹਨਾਂ ਤੇ ਕਿਸਾਨਾਂ ਦੇ ਝੰਡੇ ਕੱਢੇ ਹੋਏ ਆ। ਇਹ ਹੁਣ ਕੇਵਲ ਦਰਸ਼ਨਪਾਲ ਦੇ ਜਾਂ ਜੋਗਿੰਦਰ ਯਾਦਵ ਦੇ ਬੱਸ ਦੀ ਗੱਲ ਨਹੀਂ ਹੈ ਗਰੇਵਾਲ ਜੀ ਕਿ ਆਪਾਂ ਉੱਥੋਂ ਤੱਕ ਇਹਨੂੰ ਏਦਾਂ ਸੀਮਿਤ ਕਰ ਦਈਏ ਇਸ ਅੰਦੋਲਨ। ਉਹਨਾਂ ਨੂੰ ਗਲਤ ਸਮਝਾਉਣ 'ਚ ਕਾਮਯਾਬ ਹੋ ਗਏ ਨੇ। ਮੈਂ ਮੰਨਦਾ ਕੋਈ ਗੱਲ ਕਿਸਾਨਾਂ ਦੇ ਖਿਲਾਫ ਕੁਝ ਨਹੀਂ ਹੋ ਰਿਹਾ, ਸਾਡੀ ਸਰਕਾਰ ਵੀ ਕੁਝ ਨਹੀਂ ਕਰ ਰਹੀ। ਜੋ ਖਦਸ਼ੇ ਇਹਨਾਂ ਨੇ ਜ਼ਾਹਿਰ ਕੀਤੇ ਉਹ ਸਾਰੇ ਮੰਨ ਲਏ। ਉਸ ਦੇ ਬਾਵਜੂਦ ਵੀ ਇਹ ਲੋਕ ਆਪਣੀ ਮਨਸ਼ਾ ਪੂਰੀ ਕਰਨਾ ਚਾਹੁੰਦੇ ਨੇ। ਔਰ ਜਿਹੜੇ ਕੀ ਸਾਡੀ ਇੰਗਲੈਂਡ ਦੀ ਸੰਸਦ ਸਾਡਾ ਦੇਸ਼ ਚਲਾਏਗੀ ਜਾਂ ਕੈਨੇਡਾ ਦੀ ਚਲਾਏਗੀ, ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਬਣਾਏ ਨੇ ਜਿਹੜੇ ਪੰਜਾਬੀ ਓਰੀਜਨ ਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਖਾਲਿਸਤਾਨੀ ਸਮਰਥਕ ਬਣਾਇਆ ਗਿਆ, ਕਿਸ ਤਰ੍ਹਾਂ ਇਹਨਾਂ ਨੇ ਪੈਸਾ ਖਰਚ ਕੀਤਾ, ਉਹ ਸਾਰਾ ਕੁਝ ਪਤਾ ਹੈਗਾ। ਸਰਕਾਰ ਨੂੰ ਵੀ ਪਤਾ, ਸਾਨੂੰ ਵੀ ਉਸ ਚੀਜ਼ ਦੀ ਜਾਣਕਾਰੀ ਹੈ। ਔਰ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਬਾਅਦ ਚ ਸ਼ਰਮਸਾਰ ਹੋਣਾ ਪੈਣਾ। ਉਹ ਸਾਡੇ ਦੇਸ਼ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ, ਨਾ ਸਾਨੂੰ ਔਰ ਕਿਸਾਨ ਦੇ ਜੇ ਅੱਜ ਵੈਸਟ ਬੰਗਾਲ ਜਾ ਰਹੇ ਆ, ਅਸਾਮ ਚ ਜਾ ਰਹੇ ਆ ਟੋਲੀਆਂ ਲੈ ਕੇ, ਉੱਥੇ ਕੀ ਕਿਸਾਨ ਦਾ ਹਿੱਤ ਹੋਣਾ? ਉੱਥੋਂ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਉਣੀਆਂ ਨੇ, ਸਾਡੀਆਂ ਸਰਕਾਰਾਂ ਬਣਨੀਆਂ ਨੇ, ਫੇਰ ਇਹ ਕਿਹਨੂੰ ਮੂੰਹ ਦਿਖਾਉਣਗੇ? ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਾ, ਮੋਦੀ ਜੀ ਦੇ ਨਾਲ ਖੜਾ। ਇਹ ਇਹਨਾਂ ਨੂੰ ਬੜੀ ਗਲਤਫਹਿਮੀ ਆ। ਗਲਤਫਹਿਮੀ ਮੈਨੂੰ ਲੱਗਦਾ ਕਿ ਅਸਾਮ ਤੇ ਬੰਗਾਲ ਤੋਂ ਬਾਅਦ ਦੂਰ ਹੋ ਜਾਏਗੀ, ਕਿਉਂਕਿ ਕਮਿਊਨਿਸਟਾਂ ਨੇ ਤਾਂ ਸਾਡਾ ਵਿਰੋਧ ਕਰਨਾ ਹੀ ਆ। ਉਹ ਤਾਂ ਹਿੱਤ ਸਾਧੇ ਜਾ ਰਹੇ ਨੇ ਇਹਨਾਂ ਦੇ, ਇਸ ਲਈ ਇਹ ਲੋਕ ਉਹ ਕਰ ਰਹੇ, ਕਿਸਾਨ ਦਾ ਹਿੱਤ ਨਹੀਂ ਕਰ ਰਹੇ। ਜੀ ਜੀ ਬਿਲਕੁਲ, ਜਿਹੜਾ ਹੈਗਾ ਆਪਣਾ ਆਪਣਾ ਨਜ਼ਰੀਆ ਜਿਹੜਾ ਹੈਗਾ ਗਰੇਵਾਲ ਜੀ। ਪੰਜੋਲੀ ਜੀ ਇਸ ਮਾਮਲੇ ਤੇ ਗੱਲ ਕਰ ਰਹੇ ਆ, ਕੱਲਾ SGPC ਦੀ ਬੀਬੀ ਜਗੀਰ ਕੌਰ ਜਿਹੜੀ ਗੱਲ ਕਰ ਰਹੇ ਇਹਨਾਂ ਦੀ, ਉਹ ਨਹੀਂ ਹੈਗਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਜਿਹੜਾ ਤੁਹਾਨੂੰ ਤਾਂ ਬਿਲਕੁਲ ਹੀ ਚੇਤੇ ਹੋਏਗਾ, ਹੋ ਸਕਦਾ ਤੁਸੀਂ ਉਸ ਮੌਕੇ ਤੇ ਹਾਜ਼ਰ ਵੀ ਹੋ, ਉਹਨਾਂ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਦਾ ਸੱਦਾ ਦਿੱਤਾ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਲੰਬੇ ਸਮੇਂ ਤੋਂ ਕਿਸਾਨਾਂ ਦੇ ਕੇਸ ਵੀ ਲੜ ਰਹੀ ਹੈ, ਉੱਥੇ ਲੰਗਰ ਦੀ ਸੇਵਾ ਵੀ, ਦੂਜੀਆਂ ਸੇਵਾਵਾਂ ਵੀ ਜਿਹੜੀਆਂ ਜ਼ਰੂਰਤਾਂ ਮਾਨਵੀ ਅਧਿਕਾਰਾਂ ਦੀਆਂ ਉਹ ਨਿਭਾ ਰਹੀ ਹੈ। ਸੋ ਇਸ ਤਰ੍ਹਾਂ ਕਿਤੇ ਲੱਗਦਾ ਕਿ ਇਹਨੂੰ ਸੀਮਿਤ ਕਰਕੇ ਨਹੀਂ ਦੇਖਿਆ ਜਾ ਸਕਦਾ ਕਿ ਸਿਰਫ ਜਿਹੜਾ ਹੈਗਾ ਸਿੱਖੀ ਦੇ ਨਜ਼ਰੀਏ ਤੋਂ ਜਾਂ ਉਸਦੇ ਮੁਖਾਲਫਤ ਵਿੱਚ ਜਾ ਕੇ ਕਿਸਾਨ ਅੰਦੋਲਨ ਦੀ ਕਿ ਮੋਦੀ ਨੂੰ ਹਰਾਉਣ ਲਈ ਜਾਂ ਮੋਦੀ ਦੇ ਖਿਲਾਫ ਇਹ ਮਦਦ ਕੀਤੀ ਜਾ ਰਹੀ ਹੈ। ਜੀ ਪੰਜੋਲੀ ਜੀ, ਦੇਖੋ ਪਹਿਲੀ ਗੱਲ ਤਾਂ ਮੈਂ ਗਰੇਵਾਲ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਹਿੰਦੁਸਤਾਨ ਦੇ ਅੰਦਰ ਜੇ ਸਭ ਤੋਂ ਵੱਧ ਕਿਸੇ ਪਾਰਟੀ ਨੇ BJP ਦੀ ਹਮਾਇਤ ਕਰਕੇ ਸਰਕਾਰ ਬਣਾਉਣ ਵਿੱਚ ਰੋਲ ਅਦਾ ਕੀਤਾ ਤਾਂ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ। ਔਰ ਸਾਰੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਇਹ ਦੋ ਆਗੂ BJP ਦੇ ਹੱਕ ਵਿੱਚ ਖੜੇ, ਕਾਂਗਰਸ ਦੇ ਖਿਲਾਫ ਕਾਂਗਰਸ ਨੇ ਜੋ ਅਕਾਲ ਤਖ਼ਤ ਢਾਇਆ, ਦਿੱਲੀ ਕਤਲੇਆਮ ਕੀਤਾ, ਉਹਦੇ ਵਿਰੋਧ ਵਿੱਚ ਸਭ ਤੋਂ ਵੱਧ BJP ਦੀ ਹਮਾਇਤ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਕੀਤੀ। ਤੇ ਅੱਜ ਵੀ ਜੇ ਅਸੀਂ BJP ਤੋਂ ਬਾਹਰ ਨਿਕਲੇ ਰਾਸ਼ਟਰੀ ਤੌਰ ਤੇ ਤਾਂ ਸਭ ਤੋਂ ਵੱਧ ਜੇ ਕਿਸੇ ਨੂੰ ਖੇਤਰੀ ਪਾਰਟੀ ਵਿੱਚ ਨੁਕਸਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ। ਜੇ ਪੰਜਾਬ ਦੇ ਅੰਦਰ ਮਿਊਨਿਸਪੈਲਿਟੀ ਦੀਆਂ ਚੋਣਾਂ ਵਿੱਚ BJP ਤੇ ਅਸੀਂ ਇਕੱਠੇ ਹੁੰਦੇ ਤਾਂ ਸਾਡੀ ਪੋਜੀਸ਼ਨ ਜਿਹੜੀ ਸੀ ਉਹ ਮੇਰਾ ਖਿਆਲ ਆ ਪੰਜਾਬ ਵਿੱਚ 1 ਨੰਬਰ ਦੇ ਉੱਤੇ ਹੋਣੀ ਸੀ।
ਮਸਲਾ ਬੀਜੇਪੀ ਦੇ ਵਿਰੋਧ ਦਾ ਹੈ ਨਹੀਂ ਹੈ, ਨਾ ਮੋਦੀ ਸਾਹਿਬ ਦੇ ਖਿਲਾਫ ਹੈ, ਨਾ ਸਰਕਾਰ ਨੂੰ ਬਦਨਾਮ ਕਰਨ ਦੇ ਖਿਲਾਫ ਹੈ। ਮਸਲਾ ਇਹ ਹੈ ਕਿ 3 ਬਿੱਲ ਜੋ ਕਿਸਾਨਾਂ ਦੇ ਵਿਰੋਧ ਵਿੱਚ ਕਿਸਾਨ ਮਹਿਸੂਸ ਕਰਦਾ ਤੇ ਉਹਨਾਂ ਦੇ ਬਿੱਲ ਵਾਪਸ ਕਰਵਾਉਣ ਲਈ ਜੋ ਜਦੋਜਹਿਦ ਕਿਸਾਨ ਆਰੰਭ ਕੀਤੀ ਹੈ ਕਿਸਾਨਾਂ ਨੇ, ਉਹਦੀ ਹਮਾਇਤ ਅਸੀਂ ਕਰ ਰਹੇ ਹਾਂ। ਤੇ ਜਿੱਥੋਂ ਤੱਕ ਗਰੇਵਾਲ ਸਾਹਿਬ ਕਹਿੰਦੇ ਨੇ ਵੀ ਮਾਓਵਾਦੀਆਂ ਨੇ ਇਹਨਾਂ ਨੂੰ ਗੁੰਮਰਾਹ ਕਰ ਲਿਆ, ਭੜਕਾ ਲਿਆ, ਮੈਂ ਕਹਿੰਦਾ ਵੀ ਤੁਸੀਂ ਮੌਕਾ ਕਿਉਂ ਦਿੰਦੇ ਹੋ ਜੀ ਮਾਓਵਾਦੀਆਂ ਨੂੰ? ਤੁਸੀਂ ਫੈਸਲਾ ਹੀ ਕਰ ਦਿਓ ਵੀ ਇਹ 3 ਕਾਨੂੰਨ ਅਸੀਂ ਵਿਡਰਾ ਕਰ ਲਏ, 3 ਕਾਨੂੰਨ ਖਤਮ ਕਰ ਦਿੱਤੇ। ਜੇ ਕਿਸਾਨ ਭਾਰਤ ਦਾ ਇਹਨਾਂ 3 ਕਾਨੂੰਨਾਂ ਨੂੰ ਨਹੀਂ ਮੰਨਣ ਲਈ ਤਿਆਰ, ਪ੍ਰਵਾਨ ਨਹੀਂ ਕਰਦਾ, ਆਪਣੇ ਹਿੱਤ 'ਚ ਨਹੀਂ ਸਮਝਦਾ, ਤਾਂ ਫਿਰ ਬੀਜੇਪੀ ਸਰਕਾਰ ਦੀ ਕੀ ਦਿਲਚਸਪੀ ਹੈ ਜੀ ਕਿ ਉਹ ਇਹ ਕਾਨੂੰਨ ਲਾਗੂ ਕਰਕੇ ਤੇ ਮਾਓਵਾਦੀ ਤਾਕਤਾਂ ਨੂੰ ਕਿਉਂ ਤਾਕਤ ਦੇਣਾ ਚਾਹੁੰਦੀ ਹੈ? ਫਿਰ ਉਹ ਬਿੱਲ ਵਿਡਰਾ ਕਰੇ ਤੇ ਕਿਸਾਨ ਅੰਦੋਲਨ ਆਪਣੇ ਆਪ ਖਤਮ ਹੋ ਜਾਏਗਾ, ਲੋੜ ਹੀ ਨਹੀਂ ਪੈਣੀ ਜਦੋਜਹਿਦ ਕਰਨ ਦੀ। ਤੇ ਜੇ ਜਦੋਜਹਿਦ ਨਹੀਂ ਹੋਏਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਉੱਥੇ ਟੈਂਟ ਲਾਉਣੇ ਪੈਣੇ ਆ, ਨਾ ਟੋਇਲਟਾਂ ਬਣਾਉਣੀਆਂ ਪੈਣੀਆਂ, ਨਾ ਲੰਗਰ ਲਾਉਣੇ ਪੈਣੇ ਆ। ਪਰ ਇੱਕ ਗੱਲ ਮੈਂ ਗਰੇਵਾਲ ਸਾਹਿਬ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ, ਅਸੀਂ ਕੇਵਲ ਇਹ ਮਾਮਲੇ 'ਚ ਮਦਦ ਨਹੀਂ ਕਰ ਰਹੇ। ਜਦੋਂ ਸੁਨਾਮੀ ਆਈ ਸੀ ਆਪਣਾ ਉਹਦੇ ਅੰਡੇਮਾਨ ਨਿਕੋਬਾਰ ਦੇ ਟਾਪੂ ਦੇ ਵਿੱਚ, ਗੁਜਰਾਤ ਵਿੱਚ, ਉਦੋਂ ਵੀ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਲੰਗਰ ਲਾਏ ਸੀ। ਜਦੋਂ ਅਰਥਕੁਇਕ ਆਇਆ ਸੀ ਆਪਣਾ ਇਹਦੇ ਜੰਮੂ ਕਸ਼ਮੀਰ ਦੇ ਅੰਦਰ, ਉਦੋਂ ਵੀ ਸਭ ਤੋਂ ਪਹਿਲਾਂ ਅਸੀਂ ਲੰਗਰ ਲਾਇਆ। ਜਦੋਂ ਕਰੋਨਾ ਵਰਗੀ ਭਿਆਨਕ ਬਿਮਾਰੀ ਆਈ ਤਾਂ ਸਾਰੇ ਗੁਰਦੁਆਰਿਆਂ ਦੀਆਂ ਸਰਾਵਾਂ ਖੋਲੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਾਏ। ਸਿੱਖੀ ਫਲਸਫਾ ਜਿਹੜਾ ਸਿੱਖ ਫਲਸਫਾ, ਉਸ ਫਲਸਫੇ ਨੂੰ ਸ਼ਾਇਦ ਮੇਰੇ ਨਾਲੋਂ ਕਿਤੇ ਵੱਧ ਗਰੇਵਾਲ ਸਾਹਿਬ ਸਮਝਦੇ ਨੇ, ਜਾਣਦੇ ਨੇ, ਲੇਕਿਨ ਉਹਨਾਂ ਨੂੰ ਇਸ ਗੱਲ ਦੀ ਹਮਾਇਤ ਕਰਨੀ ਚਾਹੀਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਕਿ ਹਰ ਸਿੱਖ ਇਸ ਕਿਸਾਨੀ ਮੂਵਮੈਂਟ ਦੀ ਹਮਾਇਤ ਕਰੇ, ਇਹ ਵੇਖੇ ਬਗੈਰ ਕਿ ਕਿਸਾਨ ਮੁਸਲਮਾਨ ਆ, ਸਿੱਖ ਆ, ਜੈਨੀ ਆ, ਬੋਧੀ ਆ, ਕੌਣ ਆ, ਉਹਦੀ ਹਮਾਇਤ ਅਸੀਂ ਕਰ ਰਹੇ ਹਾਂ। ਇਸ ਕਰਕੇ ਜੀ ਆਪਾਂ ਜਵਾਬ ਲੈਣਾ ਬਿਲਕੁਲ। ਇੱਕ ਮਿੰਟ ਜੀ, ਮੇਰੀ ਗਰੇਵਾਲ ਸਾਹਿਬ ਨੂੰ ਫੇਰ ਦੁਬਾਰਾ ਅਪੀਲ ਹੈ, ਬੇਨਤੀ ਹੈ, ਹੱਥ ਜੋੜ ਕੇ, ਵੱਡੇ ਆਗੂ ਨੇ, ਬੜੇ ਸਿਆਣੇ ਨੇ, ਸਮਝਦਾਰ ਨੇ, ਕਿ ਉਹ ਬੀਜੇਪੀ ਨੂੰ ਕਹਿਣ 3 ਕਾਨੂੰਨ ਵਿਡਰਾ ਕਰੋ, ਮਾਓਵਾਦੀਆਂ ਨੂੰ ਤਾਕਤ ਦੇਣ ਦਾ ਯਤਨ ਹੀ ਨਾ ਕਰੋ, ਆਪੇ ਮਸਲਾ ਹੱਲ ਹੋ ਜਾਏਗਾ। ਓਕੇ, ਥੈਂਕ ਯੂ। ਬਿਲਕੁਲ ਤੁਹਾਡੀ ਗੱਲ ਆ ਗਈ ਜਿਹੜੀ ਹੈਗੀ ਪੰਜੋਲੀ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਗਰੇਵਾਲ ਜੀ ਨੇ ਕਈ ਵਾਰ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਕੁਝ ਇੱਦਾਂ ਦੇ ਨੇਤਾ ਹੈਗੇ ਆ ਜਿਨ੍ਹਾਂ 'ਚ ਉਹਨਾਂ ਨੇ ਵਾਰ-ਵਾਰ, ਪਹਿਲੀ ਵਾਰੀ ਨਹੀਂ ਪਹਿਲਾਂ ਵੀ ਗੱਲ ਕਰਦੇ ਰਹੇ ਆ, ਜੋਗਿੰਦਰ ਯਾਦਵ ਦੀ ਗੱਲ ਕਰਦੇ ਆ, ਡਾਕਟਰ ਦਰਸ਼ਨਪਾਲ ਦੀ ਗੱਲ ਕਰਦੇ ਆ, ਜਾਂ ਕੁਝ ਹੋਰ ਆਗੂਆਂ ਦੀ ਗੱਲ ਕਰਦੇ ਆ ਕਿ ਜੇ ਇਹਨਾਂ ਨੂੰ ਪਾਸੇ ਕਰ ਦਿਓ ਤਾਂ 2 ਦਿਨਾਂ 'ਚ ਮਸਲਾ ਹੱਲ ਹੋ ਜਾਊਗਾ ਕਿਸਾਨੀ ਅੰਦੋਲਨ ਦਾ। ਕਿਸਾਨੀ ਮੁੱਦੇ ਤੇ ਤੁਸੀਂ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹੋ, ਜੇ ਇੰਨੀ ਇੱਕ ਗੱਲ ਆ ਤਾਂ 2 ਦਿਨ ਪਾਸੇ ਰੱਖ ਕੇ ਹੱਲ ਕਰਾ ਲਓ ਪ੍ਰੋਫੈਸਰ ਮਨਜੀਤ ਸਿੰਘ ਜੀ। ਨਹੀਂ, ਇਹ ਗਰੇਵਾਲ ਜੀ ਪਤਾ ਨਹੀਂ ਕਿਉਂ ਕੁਛ ਲੱਗਦਾ RSS ਵਿੱਚ ਟ੍ਰੇਨਿੰਗ ਇਹੋ ਜਿਹੀ ਹੁੰਦੀ ਆ, ਇਹਨਾਂ ਦਾ ਕਸੂਰ ਨਹੀਂ ਆ। ਉਹ ਨਾ ਬਿਲਕੁਲ ਇੱਕ ਨੈਰੋ ਸਲੌਟ ਦੇ ਰਾਹੀਂ ਹੀ ਦੇਖਦੇ ਆ, ਉਹਨਾਂ ਕੀ ਸੋਚਦੇ ਉਦੋਂ ਅੱਗੇ ਸੋਚਦੇ ਨਹੀਂ। ਜੋ ਉਹਨਾਂ ਨੂੰ ਪੜ੍ਹਾਤਾ ਜਾਂਦਾ ਉਹਨੂੰ ਪੂਰਨ ਸੱਚ ਕਰਕੇ ਜਾਣਦੇ ਆ। ਅਸੀਂ ਤੇ ਕਦੀ ਜੋ ਬੋਲਦੇ ਹਾਂ, ਅਸੀਂ ਹਮੇਸ਼ਾ ਆਪਣੇ ਬੋਲਣ ਤੇ ਹਮੇਸ਼ਾ ਸ਼ੱਕ ਵੀ ਕਰਦੇ ਹਾਂ ਕਿ ਇਹ ਗਲਤ ਵੀ ਹੋ ਜਾਏ, ਪਰ ਉਹਨਾਂ ਨੂੰ ਕਦੀ ਕੋਈ ਸ਼ੱਕ ਨਹੀਂ ਹੁੰਦਾ ਜੋ ਆਪਣੇ ਪ੍ਰਵਚਨ ਜਾਂ ਜੋ ਆਪਣੇ ਇੱਥੇ ਸਟੈਂਡ ਲੈਂਦੇ ਆ। ਦੇਖੋ ਹੁਣ ਇਹਨਾਂ ਨੇ ਨਕਸਲਾਈਟਾਂ ਦਾ ਕਹਿਤਾ, ਕਦੀ ਕੁਛ, ਕਦੀ ਕਾਂਗਰਸ ਦਾ ਕਹਿੰਦੇ ਆ, ਕਦੀ SYL ਦਾ ਮੁੱਦਾ ਵਿੱਚ ਲੈ ਕੇ ਆਏ, ਕਿਹੜੇ ਹੁਣ ਮਾਓਵਾਦੀਆਂ ਦਾ। ਫਿਰ ਜੋਗਿੰਦਰ ਯਾਦਵ ਲੈਫਟ ਹੈ ਹੀ ਨਹੀਂ, ਉਹ ਲੋਹੀਆਈਟ ਹੈਗਾ, ਉਹ ਤੇ ਕਮਿਊਨਿਸਟਾਂ ਦੇ ਬਿਲਕੁਲ ਹੱਕ 'ਚ ਨਹੀਂ, ਉਹਨੂੰ ਵੀ ਫਿਰ ਖਾਲਿਸਤਾਨ ਦਾ ਵੀ ਜਾ ਕੇ ਬਾਹਰ ਪਹੁੰਚਾ। ਤੁਸੀਂ ਜਾਣੀ ਐਡੀ ਵੱਡੀ ਮੂਵਮੈਂਟ ਨੂੰ ਉਹਨੂੰ ਇੰਨਾ ਛੁਟਿਆ ਕੇ ਕਿਉਂ ਦੇਖਦੇ ਆ? ਅੱਜ ਤੱਕ ਖਾਲਿਸਤਾਨੀ ਨਾ ਕਾਮਯਾਬ ਹੋ ਗਏ ਜੀ, ਅੱਜ ਤੱਕ ਮਾਓਵਾਦੀ ਇੱਥੇ ਕਿਤੇ ਐਡੀ ਵੱਡੀ ਮੂਵਮੈਂਟ ਨਾ ਖੜੀ ਕਰ ਸਕੇ, ਕਿਉਂ? ਅਸਲ 'ਚ ਮੁੱਦੇ ਨੂੰ ਇਹ ਮੰਨਣਾ ਨਹੀਂ ਚਾਹੁੰਦੇ। ਉਹ ਜੇ ਉਹ ਸਾਰੇ ਖੜੇ ਆ ਤਾਂ ਕੋਈ ਮੁੱਦਾ ਉਹਦਾ ਹੈ, ਉਹਨੂੰ ਇਹ ਮੰਨਣਾ ਨਹੀਂ ਚਾਹੁੰਦੇ। ਹੁਣੇ ਅੱਜ ਅਸੈਂਬਲੀ ਦੇ ਵਿੱਚ ਬੇਭਰੋਸਗੀ ਦਾ ਮਤਾ ਹਰਿਆਣੇ ਵਿੱਚ ਚੱਲ ਰਿਹਾ, ਬਹਿਸ ਚੱਲ ਰਹੀ ਆ, ਇੱਥੇ ਬੈਠਣ ਤੋਂ ਪਹਿਲਾਂ ਮੈਂ ਦੇਖਿਆ। ਔਰ ਜਿਹੜੇ ਇਹਨਾਂ ਦੇ MLA ਸਾਹਿਬਾਨ ਸਰਕਾਰੀ ਬੋਲ ਰਹੇ ਸੀ ਖੱਟੜ ਦੇ, ਕਹਿੰਦੇ ਜੀ ਸੁਨਹਿਰੀ ਗੋਲਡਨ 3 ਪ੍ਰਿੰਸ ਜਿਹੜੇ ਲਾ ਲੈ ਕੇ ਆਏ ਆ, ਉਹ ਜਾਣੀ ਮੈਂ ਕਿਹਾ ਹੱਦ ਹੀ ਹੋ ਗਈ। ਤੁਸੀਂ ਘੱਟੋ ਘੱਟ ਇਹੋ ਜਿਹੀਆਂ ਗੱਲਾਂ ਤਾਂ ਨਾ ਕਰੋ। ਪ੍ਰਚਾਰ ਕਿਆ ਹੈ ਇਹ ਦੇਸ਼, ਇਹ ਪ੍ਰਚਾਰ ਕਿਆ, ਜੋ ਪ੍ਰਚਾਰ ਜਿਸ ਤਰ੍ਹਾਂ ਉੱਪਰੋਂ ਆ ਗਿਆ ਉਹਦਾ ਲਗਾਤਾਰ ਕਰੀ ਜਾਂਦੇ। ਜੋਗਿੰਦਰ ਯਾਦਵ ਦਾ ਮਸਲਾ ਲੈ ਲਓ, ਜੋਗਿੰਦਰ ਯਾਦਵ ਨੂੰ ਕਿਹਾ ਜੀ ਇਹਨਾਂ ਨੇ, ਅਸੀਂ ਤੇ ਉਹਨੂੰ ਮੀਟਿੰਗ 'ਚ ਨਹੀਂ ਬੈਠਣ ਦਿੰਦਾ, ਕਹਿੰਦਾ ਮੈਂ ਨਹੀਂ ਬਹਿੰਦਾ, ਉਹ ਤੇ ਮੀਟਿੰਗ 'ਚ ਜਾਂਦਾ ਹੀ ਨਹੀਂ। ਹੁਣ ਜੋਗਿੰਦਰ ਯਾਦਵ ਨੂੰ ਦੇਸ਼ ਨਿਕਾਲਾ ਦੇ ਦਿਓ, ਕੱਲ ਨੂੰ ਕਹਿ ਦੋਗੇ ਵੀ ਉਹਨੂੰ ਕਿਤੇ ਨੇਪਾਲ ਵੱਲ ਬਾਹਰ ਕੱਢ ਦਿਓ, ਤਾਂ ਹੀ ਇੱਥੇ ਸਾਡਾ ਫੈਸਲਾ ਹੋ ਸਕਦਾ। ਜੋਗਿੰਦਰ ਯਾਦਵ ਕੀ ਕਹਿ ਰਿਹਾ? ਉਹੀ ਗੱਲ ਜਿਹੜੇ ਬਾਕੀ ਸਾਰੇ ਕਹਿ ਰਹੇ ਆ। ਉਹ ਗਰਾਹਾਂ ਆ, ਬਹੁਤ ਤਕੜੀ ਉਹਦੀ ਯੂਨੀਅਨ ਆ, ਇੱਥੇ ਸਾਰੇ ਪੰਜਾਬ ਦੇ ਵਿੱਚ ਯੂਨੀਅਨ ਆ।
ਉਹ ਤੇ ਖੁਦ ਹੀ ਮੀਟਿੰਗਾਂ 'ਚ ਬਹੁਤਾ ਜਾਣ ਲਈ ਤਿਆਰ ਨਹੀਂ ਹੈ, ਕਿਸੇ ਵੀ ਨਾ ਉਹ ਜਾਂਦੇ ਆ, ਜੋ ਵੀ ਪ੍ਰੋਗਰਾਮ ਹੁੰਦਾ ਕਰਦੇ ਆ। ਫਿਰ ਉਹ ਡਿੱਕਾ ਕਾਹਦੇ ਆ ਇਹਨਾਂ ਨੂੰ? ਅਸਲ 'ਚ ਰਾਜੇਵਾਲ ਆ, ਹੋਰ ਆ ਲੀਡਰ, ਉਹ ਤੇ ਕਿਤੇ ਨਕਸਲਾਈਟ ਨਹੀਂ ਹੈਗੇ ਜਾਂ ਕਿਸੇ ਪਾਰਟੀ ਦੇ ਨਾਲ ਨਹੀਂ ਹੈਗੇ। ਕਰੋ ਤਾਂ ਉਹਨਾਂ ਇਕੱਲੇ ਨਾਲ ਹੀ ਗੱਲ ਕਰਕੇ ਦੇਖ ਲਓ ਜੀ। ਇੱਕ ਗਰੇਵਾਲ ਜੀ ਉਹਨੂੰ ਮਨਾ ਲੈਣ, ਬਾਕੀ ਸਾਰੇ ਇਸ ਤਰ੍ਹਾਂ ਨਾ ਕਰੋ ਤੁਸੀਂ, ਇਸ ਤਰ੍ਹਾਂ ਨਾ ਕਰੋ। ਇੱਕ ਬਹੁਤ ਗਹਿਰਾ ਸੰਕਟ ਹੈਗਾ ਆ ਕਿਸਾਨੀ ਦਾ, ਜਿਹੜੀ ਸਾਡੀ ਰੂਰਲ ਅਰਥ ਵਿਵਸਥਾ ਦਾ, ਔਰ ਉਹਦੇ ਤੇ ਬਹੁਤ ਵੱਡੀ ਇੱਕ ਸਾਜ਼ਿਸ਼ ਦੇ ਤਹਿਤ, ਪਲਾਨ ਦੇ ਤਹਿਤ ਇੱਕ ਹਮਲਾ, ਔਰ ਲੋਕਾਂ ਨੂੰ ਇਹ ਸਮਝ ਪੈ ਗਈ ਆ। ਤੁਸੀਂ ਕਹਿੰਦੇ ਕਿ ਨਾ 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 ਸਾਰਾ ਕੁਝ ਝੂਠ ਹੀ ਹੋ ਜਾਏ ਤੇ ਅਸੀਂ ਜੋ ਕਹੀਏ ਉਹਨੂੰ, ਜਾਨੀ ਇਹਨਾਂ ਨੇ ਇਹ ਵੀ ਕਿ ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਸਲਾਰ ਕਰਨਾ ਚਾਹੁੰਦੇ, ਉਹਦੇ ਤੇ ਧੱਬਾ ਲਾਉਣਾ ਚਾਹੁੰਦੇ। ਪ੍ਰਧਾਨ ਮੰਤਰੀ ਦਾ ਚਿਹਰਾ ਹੁਣ ਭੁੱਲ ਜਾਓ ਗਰੇਵਾਲ ਜੀ, ਉਹ ਚਿਹਰਾ ਹੁਣ ਗਿਆ, ਉਹਦੇ ਸਿਰ ਤੇ ਤੁਹਾਨੂੰ ਵੋਟਾਂ ਨਹੀਂ ਮਿਲਣੀਆਂ। ਤੁਸੀਂ ਵੈਸਟ ਬੰਗਾਲ 'ਚ ਜਿਹੜਾ ਉਮੀਦ ਲਾਈ ਬੈਠੇ ਆ, ਅਸੀਂ ਜਾ ਰਹੇ ਹਾਂ ਉੱਥੇ, ਗੱਲ ਸਮਝਾਵਾਂਗੇ, ਉੱਥੇ ਪੈਰ ਉਖੜ ਗਏ, ਤੀਜੇ ਨੰਬਰ ਤੇ ਚਲੇ ਗਈ ਆ। ਜੈ ਸ਼੍ਰੀ ਰਾਮ ਦਾ ਨਾਰਾ ਲੈ ਕੇ ਤੁਸੀਂ, ਰਾਮ ਸਾਨੂੰ ਵੀ ਪਿਆਰੇ ਆ, ਸਾਰੇ ਦੇਸ਼ ਨੂੰ ਪਿਆਰੇ, ਸਾਰੀ ਦੁਨੀਆ ਨੂੰ ਪਿਆਰੇ। ਗੁਰੂ ਗ੍ਰੰਥ ਸਾਹਿਬ 'ਚ ਰਾਮ ਦਾ ਬਾਰ-ਬਾਰ ਨਾਂ ਆਉਂਦਾ, ਪਰ ਤੁਸੀਂ ਰਾਮ ਨੂੰ ਵੀ ਰਾਜਨੀਤਿਕ ਕਰਤਾ। ਤੁਸੀਂ ਉੱਥੇ ਅੱਜ ਲੋਕ ਕੋਰਟਾਂ 'ਚ ਜਾ ਕੇ ਕਹਿੰਦੇ ਕਿ ਬੀਜੇਪੀ ਇਸ ਗੱਲ ਨੂੰ ਬੰਦ ਕਰੇ। ਕੋਰਟ ਨੇ ਅਲੱਗ ਗੱਲ ਹੈ ਕਿ ਉਹ ਫੈਸਲਾ ਜਿਨ੍ਹਾਂ ਨੇ PIL ਪਾਈ ਨਹੀਂ ਉਹਨਾਂ ਦੇ ਹੱਕ 'ਚ ਦਿੱਤਾ। ਇਸ ਦੇਸ਼ ਦੇ ਲੋਕਾਂ ਨੂੰ ਇਕੱਠੇ ਰਹਿਣ ਦਿਓ, ਉਹਨਾਂ ਦੇ ਵਿੱਚ ਨਫ਼ਰਤੀ ਜ਼ਹਿਰ ਧਰਮਾਂ ਦੇ ਨਾਂ ਤੇ ਨਹੀਂ ਭਰਨਾ ਚਾਹੀਦੀ। ਔਰ ਤੁਸੀਂ ਵੋਟਾਂ ਲਈ ਕੁਝ ਵੀ ਕਰਦੇ ਆ, ਇਹਨੂੰ ਬੰਦ ਕਰੋ। ਇੱਥੇ ਸਾਡੇ ਦੇਸ਼ ਥੈਂਕ ਯੂ ਤੁਸੀਂ ਆਪਣੀ ਗੱਲ ਕਹਿ ਲਈ, ਆਪਾਂ ਜਵਾਬ ਲੈ ਲਈਏ ਗਰੇਵਾਲ ਸਾਹਿਬ ਤੋਂ। ਗਰੇਵਾਲ ਸਾਹਿਬ, ਪ੍ਰੋਫੈਸਰ ਮਨਜੀਤ ਸਿੰਘ ਨੇ ਜੋ ਕਿਹਾ ਹੈ ਉਸ ਦਾ ਜਵਾਬ ਤਾਂ ਦੇ ਦਿਓ। ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜੀਆਂ ਹਾਕਮ ਧਿਰਾਂ ਹੈਗੀਆਂ ਉਹ ਪ੍ਰਚਾਰਕ ਬਹੁਤ ਤਕੜੀਆਂ, ਕਿਤੇ ਕੋਈ ਦੋਸ਼ ਕਿਤੇ ਕੋਈ ਦੋਸ਼। ਪਰ ਇਸ ਤੋਂ ਪਹਿਲਾਂ ਪੰਜੌਲੀ ਸਾਹਿਬ ਨੇ ਕਿਹਾ ਕਿ ਖਾਲਸਾ ਸਾਹਿਬ ਦੇ ਜਥੇਦਾਰ ਨੇ ਤਾਂ ਸਮੁੱਚੇ ਸਿੱਖਾਂ ਨੂੰ ਸੱਦਾ ਦਿੱਤਾ ਕਿ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾਏ। ਉਹ ਕਹਿੰਦੇ ਗਰੇਵਾਲ ਜੀ ਤੁਸੀਂ ਵੀ ਬਹੁਤ ਅੱਛੇ ਸਿੱਖ ਹੈਗੇ ਹੋ ਤੇ ਤੁਹਾਨੂੰ ਵੀ ਖਾਲਸਾ ਸਾਹਿਬ ਦੇ ਜਥੇਦਾਰ ਦੀ ਜਿਹੜੀ ਆਦੇਸ਼ ਹੈ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਉਹਨਾਂ ਤੇ ਫੁੱਲ ਚੜਾਉਣਾ ਚਾਹੀਦਾ ਹੈ। ਤੇ ਪ੍ਰੋਫੈਸਰ ਮਨਜੀਤ ਸਿੰਘ ਹੁਣੀ ਕਹਿ ਰਿਹਾ ਹੈ ਕਿ ਤੁਸੀਂ ਬਹੁਤ ਵੱਡਾ ਜਿਹੜਾ ਹੈਗਾ ਰਲਗੜ ਕਰੀ ਬੈਠੇ ਸਾਰੇ ਮਾਮਲੇ ਨੂੰ, ਏਦਾਂ ਹੁਣ ਲੋਕ ਭੁਲੇਖੇ 'ਚ ਨਹੀਂ ਆਉਣਗੇ। ਜੀ ਗਰੇਵਾਲ ਜੀ, ਪਹਿਲੀ ਗੱਲ ਤਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੂੰ ਬੜੇ ਸਤਿਕਾਰ ਨਾਲ ਹੀ ਦੱਸਦਾ ਕਿ ਇਹ ਕਹਿੰਦੇ ਕਿ ਅਸੀਂ ਪ੍ਰਚਾਰ ਕਰਾਂਗੇ ਵੈਸਟ ਬੰਗਾਲ 'ਚ ਜਾ ਕੇ ਸਾਡੇ ਖਿਲਾਫ, ਔਰ ਅਸਾਮ 'ਚ ਕਰਾਂਗੇ, ਬਾਕੀ ਸਟੇਟਾਂ 'ਚ ਵੀ ਕਰਾਂਗੇ। ਜਿੰਨਾ ਜ਼ੋਰ ਲਾਉਣਾ ਲਾ ਲੈਣ, ਵੈਸਟ ਬੰਗਾਲ 2/3 ਮੈਜੋਰਟੀ ਨਾਲ BJP ਆ ਰਹੀ ਹੈ, ਅਸਾਮ ਵੀ ਅਸੀਂ ਜਿੱਤ ਰਹੇ ਹਾਂ, ਇਹ ਸਟੇਟਾਂ ਅਸੀਂ ਨਹੀਂ ਹਾਰਦੇ। ਤੇ ਮੋਦੀ ਜੀ ਦਾ ਕ੍ਰਿਸ਼ਮਾ ਉਸੇ ਤਰ੍ਹਾਂ ਕਾਇਮ ਆ, BJP ਨਾਲ ਉਸੇ ਤਰ੍ਹਾਂ ਲੋਕ ਨੇ, ਕਿਸਾਨ ਵੀ ਨੇ। ਇਹ ਤਾਂ ਮੈਂ ਇਹਨਾਂ ਦੀ ਗਲਤਫਹਿਮੀ, ਇਹ ਰਿਜ਼ਲਟ ਆ ਜਾਣਾ। ਜਗਤਾਰ ਜੀ ਕਦੇ ਫੇਰ ਮੈਨੂੰ ਤੇ ਪ੍ਰੋਫੈਸਰ ਸਾਹਿਬ ਨੂੰ ਬੁਲਾ ਲੈਣਾ ਤੇ ਸਾਹਮਣੇ ਆ ਜਾਊਗਾ, ਉਸ ਤੋਂ ਬਾਅਦ ਸਾਡੇ ਖਿਲਾਫ ਪ੍ਰਚਾਰ ਤੇ ਪ੍ਰਸਾਰ ਕਰਨਾ ਬੰਦ ਕਰ ਦੇਣਗੇ। ਇਹ ਜ਼ਰੂਰ ਇਹਨਾਂ ਤੋਂ ਇੱਕ ਤੁਸੀਂ ਬੜੇ ਭੁਲੇਖਿਆਂ 'ਚ ਰਹੀ ਹੈ। ਔਰ ਦੂਜੀ ਗੱਲ ਮੈਂ ਇੱਕ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਕਿਸਾਨਾਂ ਨਾਲ ਗੱਲ ਹੋਈ, ਉਹਨਾਂ ਨੂੰ ਅਮਿਤ ਸ਼ਾਹ ਜੀ ਨੇ ਇੱਕ ਗੱਲ ਕਹੀ ਕਿ ਭਾਈ ਅਸੀਂ ਇਹ ਕਾਨੂੰਨ ਹੋਲਡ ਤੇ ਪਾ ਦਿੰਦੇ ਹਾਂ ਔਰ ਤੁਸੀਂ 5 ਮੈਂਬਰ ਦੀ ਕਮੇਟੀ ਦੇ ਦਿਓ, ਔਰ 5 ਮੈਂਬਰ ਦੀ ਕਮੇਟੀ ਸਰਕਾਰ ਦੇ ਦਿੰਦੀ ਹੈ। ਬੈਠ ਕੇ ਤੁਸੀਂ ਆਪਸ 'ਚ ਫੈਸਲਾ ਕਰਕੇ ਜਿਹੜੀ ਮਦਾਂ ਇਹਦੇ 'ਚ ਭਰਨੀਆਂ ਨੇ ਉਹ ਭਰ ਲਓ। ਔਰ ਕਾਨੂੰਨ ਕੀ ਹੁੰਦਾ ਜਗਤਾਰ ਜੀ? ਕਾਨੂੰਨ ਕੁਛ ਨਹੀਂ ਹੈ, ਕਾਨੂੰਨ ਦੇ ਅੰਦਰ ਜੋ ਲਿਖਿਆ ਹੋਇਆ ਉਹੀ ਗੱਲ ਆ। ਇਹ ਪ੍ਰੋਫੈਸਰ ਸਾਹਿਬ ਵੀ ਸਮਝਦੇ ਆ, ਪੰਜੋਲੀ ਸਾਹਿਬ ਵੀ ਬਹੁਤ ਸਮਝਦਾਰ ਨੇ, ਸਾਰਾ ਸਮਝਦੇ ਆ। ਉਹ ਕੀ ਚਾਹੁੰਦੇ ਆ ਕਿ ਅਸੀਂ ਇਹ ਕਹੀਏ। ਉਹਨਾਂ ਨੇ ਕੀ ਗੱਲ ਕਹੀ ਜਦੋਂ ਕਿਹਾ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ ਭਾਈ, ਹੁਣ ਤਾਂ ਅੰਦੋਲਨ ਵਾਪਸ ਲਓ। ਉਹ ਕਹਿੰਦੇ ਜੀ ਅਸੀਂ ਤਾਂ ਇਹ ਕਹਾਉਣਾ ਕਿ ਕਾਨੂੰਨ ਰੱਦ ਹੋ ਗਏ। ਜੇ ਉਹ ਨਹੀਂ ਕਹਾਉਂਦੇ ਤੇ ਸਾਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨਾ ਬਣਾਓ, ਅਸੀਂ ਨਹੀਂ ਬਣਨਾ। ਹੁਣ ਇਹਦੇ 'ਚ ਕੀ ਜਿੱਦਾ? ਇਹ ਤੁਸੀਂ ਐਜੂਕੇਸ਼ਨ ਕਰਨ ਆਏ ਹੋ, ਅਸੀਂ ਹੋਲਡ ਤੇ ਪਾਤਾ। ਇਹਦੇ 'ਚ ਕੀ ਜਗਤਾਰ ਜੀ ਤੁਸੀਂ ਦੱਸ ਦਿਓ ਜੇ ਮੈਂ ਗਲਤ ਕਹਿ ਰਿਹਾ। ਉਸ ਤੋਂ ਬਾਅਦ ਵੀ ਅੰਦੋਲਨ ਇਹਨਾਂ ਲੋਕਾਂ ਨੇ ਖਤਮ ਨਹੀਂ ਕੀਤਾ, ਕਿਉਂਕਿ ਇਹ ਅੰਦੋਲਨ ਤਾਂ ਕਿਸਾਨ ਦਾ ਮੋਢਾ ਇਸਤੇਮਾਲ ਕਰ ਰਹੇ ਆ ਔਰ ਮੋਦੀ ਜੀ ਦਾ ਤੇ ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਆ। ਇਹ ਅੰਦੋਲਨ ਇਸ ਕਰਕੇ ਇਹਨਾਂ ਨੇ ਚਲਾਇਆ ਹੋਇਆ। ਇਹਨਾਂ ਨੂੰ ਕੋਈ ਇੱਕ ਸਵਾਲ ਜਿਹੜਾ ਹੈਗਾ ਬਿਲਕੁਲ ਸਮਾਂ ਵੀ ਆਪਾਂ ਉਸ ਲਿਹਾਜ਼ ਦੇ ਨਾਲ, ਇਹਦਾ ਪੰਜੋਲੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਖਾਲਸਾ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕਿਸਾਨ ਅੰਦੋਲਨ 'ਚ ਪੂਰੇ ਸਿੱਖਾਂ ਨੂੰ ਮੈਂ ਹਮਾਇਤ ਦਾ ਸੱਦਾ ਦੇਣਾ, ਸਿੱਖ ਭਾਈਚਾਰੇ ਨੂੰ ਇਸ ਅੰਦੋਲਨ ਦੀ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਮਾਨਵੀ ਅਧਿਕਾਰਾਂ ਦੀ, ਸਹੀ ਇਨਸਾਫ ਦੀ ਲੜਾਈ ਲੜ ਰਿਹਾ ਹੈ। ਉਹਨਾਂ ਨੇ ਤੁਹਾਡੇ ਕੋਲੋਂ ਪੁੱਛਿਆ ਕਿ ਤੁਸੀਂ ਜਿਹੜਾ ਹੈਗਾ ਇਸ ਦੀ ਪ੍ਰਵਾਨਗੀ ਦਿੰਦੇ ਹੋ, ਲੜੋਗੇ ਇਸ ਹਮਾਇਤ ਦੇ ਵਿੱਚ ਕਿਸਾਨ ਅੰਦੋਲਨ? ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਪੂਰੀ ਭਾਰਤੀ ਜਨਤਾ ਪਾਰਟੀ ਮੰਨਦੀ ਆ, ਸਾਡੇ ਪ੍ਰਧਾਨ ਮੰਤਰੀ ਵੀ ਮੰਨਦੇ ਆ। ਅਸੀਂ ਕਿਸਾਨ ਦੇ ਖਿਲਾਫ ਨਹੀਂ ਹੈਗੇ, ਠੀਕ ਹੈ।
ਔਰ ਉਹਨਾਂ ਦੀਆਂ ਸਾਰੀਆਂ ਗੱਲਾਂ ਅਸੀਂ ਮੰਨ ਰਹੇ ਹਾਂ। ਹੁਣ ਤਾਂ ਇਹ ਪੰਜੋਲੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਪ੍ਰੋਫੈਸਰ ਮਨਜੀਤ ਸਿੰਘ ਦੀ, ਇਹ ਬਹੁਤ ਨੇੜੇ ਆ ਉਹਨਾਂ ਦੇ ਸਾਰਿਆਂ ਦੇ ਕਮਿਊਨਿਸਟਾਂ ਦੇ, ਤੇ ਇਹ ਉਹਨਾਂ ਕੋਲੋਂ ਮਨਵਾ ਲੈਣ। ਅਸੀਂ ਕਹਿ ਦਿੰਦੇ ਹਾਂ ਕਿ ਹੋਲਡ ਤੇ ਪਾ ਦਿੰਦੇ ਹਾਂ, ਬਣਾ ਲਓ ਜਿਹੋ ਜਿਹਾ ਕਾਨੂੰਨ ਬਣਾਉਣਾ। ਗਰੇਵਾਲ ਜੀ ਚਲੋ ਗੱਲ ਲੰਬੀ ਗੱਲ ਹੈ ਕਿ ਕਾਨੂੰਨ ਰਹਿ ਕਿੱਥੇ ਗਿਆ। ਇਹ ਕਹਿੰਦੇ ਅਸੀਂ ਤਾਂ ਜਾਦਵ ਤੇ ਕਮਿਊਨਿਸਟ ਪਾਸੇ ਕੱਢ ਦਿੰਦੇ ਆ, ਗੱਲਬਾਤ ਕਰਾ ਨਿਬੇੜ ਦਿਓ। ਇਹ ਤਾਂ ਕਹਿੰਦੇ ਕਿ ਅਸੀਂ ਜਾਦਵ ਨੂੰ ਪਾਸੇ ਕੱਢ ਦਿੰਦੇ, ਮੀਟਿੰਗ 'ਚ ਨਹੀਂ ਪਾਉਂਦੇ। ਮੈਂ ਕਿਹਾ ਰਾਜੇਵਾਲ ਸਾਹਿਬ ਬਹਿ ਜਾਣਗੇ, ਕੱਲ ਹੋਰ ਪੁੱਛ ਕੇ ਹੋਰ ਬਹਿ ਜਾਣਗੇ, ਕੱਲ ਮੀਟਿੰਗ ਰਖਵਾ ਕੇ ਫੈਸਲਾ ਕਰਵਾ ਦਿੰਦੇ ਆ। ਉਹਦੇ 'ਚ ਫਿਰ ਕਾਨੂੰਨ ਰਹਿ ਕਿੱਥੇ ਗਿਆ? ਮੈਨੂੰ ਤਾਂ ਇਹ ਤਾਂ ਦੱਸ ਦੇਣ। ਇਹ ਤਾਂ ਇੱਕ ਜਿੱਦ ਹੈਗੀ ਆ, ਕੜੀ ਹੈਗੀ ਆ, ਔਰ ਇਹ ਮੋਦੀ ਜੀ ਦਾ ਚਿਹਰਾ ਤੇ ਸਰਕਾਰ ਦਾ ਫੇਸ ਖਰਾਬ ਕਰਨ ਦੀ ਕੋਸ਼ਿਸ਼ ਹੈ। ਹੋਰ ਕੋਈ ਗੱਲ ਨਹੀਂ ਹੈ ਇਹਦੇ 'ਚ। ਅਸੀਂ ਕਿਸਾਨ ਦੇ ਹੱਕ 'ਚ, ਤੁਹਾਨੂੰ ਪਤਾ ਸਾਡੀ ਆਰਥਿਕਤਾ ਕਿਸਾਨ ਤੇ ਬੇਸ ਆ, ਐਗਰੀਰੀਅਨ ਬੇਸਡ ਇਕਨੋਮੀ ਆ ਸਾਡੀ, ਤੇ ਅਸੀਂ ਕੋਈ ਕਿਸਾਨ ਦੇ ਖਿਲਾਫ। ਗਰੇਵਾਲ ਜੀ ਗਰੇਵਾਲ ਜੀ ਇੱਕ ਸਵਾਲ ਛੋਟਾ ਜਿਹਾ ਹੋਰ। ਜਦੋਂ ਆਪਾਂ ਲੜਾਈ ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਕਹਿ ਰਹੇ ਕਿ ਪੱਛਮੀ ਬੰਗਾਲ 'ਚ 2/3 ਲਵਾਂਗੇ, ਅਸਾਮ ਦੇ 'ਚ ਜਿੱਤਾਂਗੇ। ਦੇਖੋ ਸਾਰੇ ਦਰਸ਼ਕ ਸੁਣ ਰਹੇ ਆ। ਗਰੇਵਾਲ ਜੀ ਇੱਕ ਪਾਸੇ ਲੜਾਈ ਹੈ, ਕਿਸਾਨ ਜਿਹੜੇ ਲੜ ਰਹੇ ਆ, ਕਿਸਾਨ ਲੜ ਰਹੇ ਆ ਵਿਚਾਰੇ, ਜਿਹੜੇ ਕਿਤੇ 2 ਏਕੜ ਹੈ, ਕਿਤੇ 2.5 ਏਕੜ ਹੈ, ਚਲੋ ਕਿਤੇ 5-3 ਏਕੜ ਹੋਣਗੇ, ਕਿੰਨੀਆਂ ਮੌਤਾਂ ਹੋ ਗਈਆਂ। ਦੂਜੇ ਪਾਸੇ ਸਰਕਾਰ ਹੈ, ਜੇ ਲੜਾਈ ਲੜੀ ਜਾ ਰਹੀ ਹੈ, ਠੀਕ ਹੈ ਕਿ ਤਿਲਕ ਕੱਲ ਨੂੰ ਬੰਗਾਲ 'ਚ ਲੱਗ ਜਾਏਗਾ, ਅਸਾਮ 'ਚ ਲੱਗ ਜਾਏਗਾ, ਪਰ ਕੀ ਇਹਦੇ ਨਾਲ ਦੇਸ਼ ਦੇ ਅੰਦਰ ਜਾਂ ਕੌਮਾਂਤਰੀ ਪੱਧਰ ਤੇ ਭਾਜਪਾ ਦਾ ਕੱਦ ਉੱਚਾ ਹੋ ਰਿਹਾ ਹੈ? ਜੇ ਕਿਸਾਨਾਂ ਨੂੰ ਮਦੋਲ ਕੇ ਉਹਨਾਂ ਦੀਆਂ ਆਏ ਦਿਨ ਮੌਤਾਂ ਕਰਵਾ ਕੇ ਆਪਾਂ ਸੱਤਾ ਹਾਸਲ ਕਰਦੇ ਰਵਾਂਗੇ, ਇਹ ਢਮੂਰਾ ਵਜਾ ਕੇ, ਇਹਦੇ ਨਾਲ ਭਾਜਪਾ ਮਜ਼ਬੂਤ ਹੋਏਗੀ ਦੇਸ਼ 'ਚ। ਅਲਟੀਮੇਟਲੀ ਨੁਕਸਾਨ ਕਿਹਦਾ ਹੋ ਰਿਹਾ ਗਰੇਵਾਲ ਜੀ? ਨੁਕਸਾਨ ਕਿਹਦਾ ਹੋ ਰਿਹਾ? ਗੱਲ ਕਿਉਂ ਨਹੀਂ ਸਮਝ ਰਹੇ? ਮੈਂ ਤੁਹਾਨੂੰ ਕਹਿਤਾ ਕਿ ਆਹ ਫੈਸਲਾ ਕਰਵਾ ਦਿੰਦੇ ਆ, ਇਹਦੇ 'ਚ ਕਾਨੂੰਨ ਕਿੱਥੇ ਰਹਿ ਗਿਆ ਇਹ ਦੱਸੋ। ਅਸੀਂ ਰੱਦ ਕਰਨਾ ਨਹੀਂ ਕਹਿਣਾ, ਤਾਂ ਬਾਕੀ ਕਾਨੂੰਨ ਕਿੱਥੇ ਰਹਿ ਗਿਆ? ਇਹ ਇੱਕ ਜਿੱਦ ਆ। ਇਹ ਕਮਿਊਨਿਸਟ ਜਿਹੜੇ ਆ ਇਹ ਨਹੀਂ ਫੈਸਲਾ ਹੋਣ ਦਿੰਦੇ, ਇਹ ਆਪਣੀ ਮਨਸ਼ਾ ਪੂਰੀ ਕਰਦੇ ਆ। ਤੁਸੀਂ ਕਰਵਾ ਦਿਓ, ਕਰਵਾਓ ਗੱਲ, ਤੁਹਾਡੇ ਸਾਹਮਣੇ ਬੈਠ ਕੇ ਕੱਲ ਹੀ ਕਰਵਾ ਦਿੰਦਾ ਮੈਂ। ਇੱਕ ਐਗਰੀਕਲਚਰ ਮਿਨਿਸਟਰ ਨੂੰ ਫੋਨ ਹੀ ਕਰਨਾ ਕਿ ਕੱਲ ਦੀ ਮੀਟਿੰਗ ਰੱਖ ਰਹੇ ਆ ਜੀ, ਤਿਆਰ ਹੋ ਗਏ ਨੇ, ਆਹ ਗੱਲ ਚਾਹੁੰਦੇ ਆ, ਲਿਆਓ ਪ੍ਰਪੋਜ਼ਲ। ਜੇ ਨਾ ਕਰਵਾ ਦਈਏ, ਇਹ ਕਰਨਾ ਨਹੀਂ ਚਾਹੁੰਦੇ ਖਤਮ, ਇਹ ਤਾਂ ਸਰਕਾਰ ਤੇ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਆ। ਪ੍ਰੋਫੈਸਰ ਮਨਜੀਤ ਸਿੰਘ ਜੀ, ਗਰੇਵਾਲ ਸਾਹਿਬ ਬਾਰ-ਬਾਰ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਇਸ ਮੁੱਦੇ ਤੇ ਕਿਸਾਨਾਂ ਨਾਲ ਗੱਲ ਕਰੋ। ਅਸੀਂ ਤਾਂ ਕੱਲ ਗੱਲਬਾਤ ਕਰਨ ਦਾ ਸੱਦਾ ਮੈਂ ਖੇਤੀ ਮੰਤਰੀ ਤੋਂ ਦਵਾ ਦੇਣਾ ਕਿ ਬੈਠ ਕੇ ਮਸਲੇ ਦਾ ਹੱਲ ਕਰਿਆ ਜਾਵੇ। ਜਿਹੜੇ ਕਮਿਊਨਿਸਟ ਨੇਤਾ ਹੈਗੇ ਆ ਉਹ ਕਿਉਂ ਰਸਤੇ ਦਾ ਡਿੱਕਾ ਬਣ ਰਹੇ ਆ? ਨਹੀਂ, ਇਹ ਇਸ ਤਰ੍ਹਾਂ ਦੀ ਗੱਲ, ਇਹ ਬਿਲਕੁਲ ਬੇਬੁਨਿਆਦੀ ਗੱਲ ਆ। ਇਹ ਕਿਸੇ ਪਾਰਟੀਆਂ ਦਾ ਜਾਂ ਪੋਲੀਟੀਕਲ ਆਈਡੀਓਲੋਜੀ ਦੇ ਨਾਲ ਸੰਬੰਧਿਤ ਲੋਕਾਂ ਦਾ ਨਹੀਂ। ਉੱਥੇ 32 ਆਰਗੇਨਾਈਜੇਸ਼ਨ, ਟਕੈਤ ਦੀ ਕਿਹੜੀ, ਦੇਖੋ ਕਿਹੜਾ ਕਾਮਰੇਡ ਹੈ ਟਕੈਤ ਭਾਈ, ਜਾਂ ਜਿਹੜਾ ਗੁਰਨਾਮ ਸਿੰਘ ਚੜੂਨੀ ਕਿਹੜਾ ਕਾਮਰੇਡ ਹੈ। ਇਸ ਤਰ੍ਹਾਂ ਨਾ ਇਹਨਾਂ ਦੇ ਉੱਤੇ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਬੰਨੀ ਜਾਓ। ਲੋਕ ਆਪ ਮਹਾਰੇ ਵੱਡੀ ਪੱਧਰ ਤੇ ਰਾਜਸਥਾਨ 'ਚ ਏਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ, ਮੱਧ ਪ੍ਰਦੇਸ਼ 'ਚ ਏਡੀਆਂ ਵੱਡੀਆਂ ਰੈਲੀਆਂ, ਵੈਸਟ ਬੰਗਾਲ 'ਚ ਅਸੀਂ ਕਰਕੇ ਦਿਖਾ ਦਾਂਗੇ। ਇਹ ਜਿਹੜੀ ਗੱਲ ਕਹਿੰਦੇ ਆ ਨਾ ਕਿ 2/3 ਨਾਲ ਜਿੱਤ ਰਹੇ ਆ, ਉਹ ਪੁਰਾਣਾ ਕੋਈ ਸੁਪਨਾ ਇਹਨਾਂ ਨੇ ਬਣਾਇਆ ਹੋਊ। ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਕਿ ਜੇ ਮਸ਼ੀਨਾਂ ਠੀਕ ਠਾਕ ਉੱਥੇ ਰਹੀਆਂ, EVM ਦੇ ਵਿੱਚ ਹੇਰਾ ਫੇਰੀ ਨਾ ਹੋਈ, ਤੇ 3 ਨੰਬਰ ਤੇ ਜਾਣਗੇ। ਇਹਨਾਂ ਨੂੰ ਉੱਥੇ ਆਪਣੇ ਪੈਰ ਲਾਉਣੇ ਔਖੇ ਹੋ ਜਾਣਗੇ। ਜੋ ਹਾਲਾਤ ਵੈਸਟ ਬੰਗਾਲ ਦੇ ਵਿੱਚ ਕਿਸਾਨੀ ਦੇ ਵਿੱਚ ਬਗਾਵਤ ਇਸ ਵੇਲੇ ਪਈ ਹੋਈ ਆ, ਇਹ ਗੱਲਾਂ ਕਹਿੰਦੇ ਆ ਕਿ ਅਸੀਂ ਤੁਹਾਡੀਆਂ ਜਿਹੜੇ ਕਾਮਰੇਡ ਜਿਹੜੇ ਕਰ ਰਹੇ ਆ ਉਹਨਾਂ ਨੂੰ ਕਹੋ ਤੇ ਅਸੀਂ ਕਰ ਦਿੰਦੇ ਆ। ਇਸ ਵੇਲੇ ਸਿੱਧੂ ਸਾਹਿਬ ਜੀ ਹਾਲਾਤ ਇਹ ਹੈ ਕਿ 3 ਕਾਨੂੰਨ ਵਾਪਸ ਵੀ ਬੀਜੇਪੀ ਲੈ ਲਏ, ਤੇ ਜੇ MSP ਦੀ ਗਰੰਟੀ ਨਹੀਂ ਹੈ ਤੇ 3 ਕਾਨੂੰਨ ਵਾਪਸ ਤੇ ਪਹਿਲਾਂ ਵੀ ਨਹੀਂ ਸੀਗੇ। ਤੇ ਜੇ ਪਹਿਲਾਂ ਹਾਲਾਤ ਪਹਿਲੇ ਵਾਲੇ ਵੀ ਬਣ ਜਾਣ, ਕਾਨੂੰਨਾਂ ਤੋਂ ਪਹਿਲੇ ਵਾਲੇ, ਤੇ ਸਰਕਾਰ ਇਹ ਕਵੇ ਕਿ ਅਸੀਂ ਤੇ MSP ਦੇਖੋ ਜੀ ਇੰਨਿਆਂ ਕੁ ਲੋਕਾਂ ਨੂੰ ਦੇ ਸਕਦੇ। ਆਲਰੇਡੀ FCI ਦਾ ਕੀ ਕੀਤਾ ਇਹਨਾਂ ਨੇ? FCI ਦਾ ਰੌਲਾ ਨਹੀਂ ਤੁਸੀਂ ਸੁਣਦੇ? ਸਿੱਧੀ ਜਿਹੜੀ ਖਰੀਦ ਸ਼ੁਰੂ ਕਰਦੀ ਉਹਦਾ ਕਾਹਦੇ ਲਈ ਸ਼ੁਰੂ ਕੀਤੀ ਹੈ? ਇਹ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ 'ਚ ਆ। ਕਿਉਂ ਝੂਠ ਬੋਲਦੇ ਆ ਗਰੇਵਾਲ ਜੀ? ਤੁਹਾਨੂੰ ਨਹੀਂ, ਤੁਸੀਂ ਜਾਂ ਤੇ ਭੋਲੇ ਆ ਜਾਂ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਜਾਂਦਾ। ਮੈਂ ਬੜਾ ਹੈਰਾਨ ਆ ਕਿ ਸਿੱਧੀ ਖਰੀਦ ਵਿਚੋਲੀਏ ਕੱਢ ਰਹੇ ਆ ਜੀ। ਅਸਲ 'ਚ ਕੋਈ ਇਹਨਾਂ ਤੋਂ ਨਹੀਂ ਮੰਗ ਕੀਤਾ, ਨਾ 3 ਕਾਨੂੰਨ ਕਿਸਾਨੀ ਨੇ ਮੰਗੇ, ਨਾ ਉਹਨਾਂ ਨੇ ਕਿਹਾ ਕਿ ਆੜਤੀਆਂ ਨੂੰ ਪਰਾਂ ਹਟਾਓ, ਨਾ ਕੋਈ ਕਿਹਾ ਕਿ FCI ਨੂੰ ਸਿੱਧਾ ਤੁਸੀਂ ਖਰੀਦ ਤੇ ਲਾ ਦਿਓ, ਤੁਸੀਂ ਸਾਡਾ APMC ਦਾ ਮੰਡੀ ਬੋਰਡ ਦਾ ਸਾਰਾ ਮੰਡੀਕਰਨ ਦਾ ਪੱਠਾ ਬਿਠਾ ਦਿਓ। ਇਹ ਕਿੱਧਰ ਨੂੰ ਗੱਲਾਂ ਜਾ ਰਹੀਆਂ? ਜੇ ਨਹੀਂ ਦੇਖਣੀਆਂ ਤੇ ਇਹਨਾਂ ਨੇ ਨਾ ਦੇਖਣ। ਸਾਨੂੰ ਤੇ ਬੜਾ ਸਾਫ਼ ਨਜ਼ਰ ਆ ਰਿਹਾ ਕਿ ਕਿਸਾਨੀ ਨੂੰ ਤਬਾਹੀ ਕਰਨ ਦਾ ਇੰਤਜ਼ਾਮ ਕਰਤਾ ਗਿਆ ਤਾਂ ਕਿ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਹੜੱਪ ਲੀਆਂ ਜਾਣ ਤੇ ਅਡਾਨੀਆਂ ਨੂੰ ਦੇਤੀਆਂ ਜਾਣ। ਕਦੀ ਸੜਕਾਂ ਦੇ ਨਾਂ ਤੇ ਦੇਖ ਲਓ, ਦਿੱਲੀ ਅੰਮ੍ਰਿਤਸਰ ਕਟੜਾ ਵਾਲੀ ਸੜਕ ਦੇ ਉੱਤੇ ਕਿੰਨੇ ਕਿਸਾਨ ਰੋਜ਼ ਇੱਥੇ ਸੰਘਰਸ਼ ਕਰਦੇ ਆ, ਜਾ ਕੇ ਅਸੈਂਬਲੀ 'ਚ ਕਿੱਡਾ ਵੱਡਾ ਮਸਲਾ ਬਣ ਕੇ ਖੜਾ ਹੋਇਆ। ਇਹ ਜਾਣੀ ਇਹਨਾਂ ਨੇ ਦਾਦਾਗਿਰੀ ਬਣਾਈ ਹੋਈ ਆ। ਜਿੱਥੇ ਮਰਜ਼ੀ ਜ਼ਮੀਨਾਂ ਲੋਕਾਂ ਦੀਆਂ ਚੱਕ ਕੇ ਤੇ ਆਪਣੇ ਨਾਂ ਲਵਾ ਲਓ। ਇਹ ਅਸੂਲ ਬਣੇ ਹੋਏ ਆ। ਲੈਂਡ ਐਕੁਜੀਸ਼ਨ ਐਕਟ ਪਰਵਾਹ ਨਹੀਂ ਕਰਦੇ, ਯੂਨਾਈਟਿਡ ਨੇਸ਼ਨ ਦੀ ਪਰਵਾਹ ਨਹੀਂ ਕਰਦੇ। ਐਂਟੋਨੀਓ ਗੈਟਰੇਸ ਤੱਕ ਇਹਨਾਂ ਨੂੰ ਉਹਨਾਂ ਨੇ
ਕਿਹਾ ਕਿ ਬਾਜ ਆ ਜਾਓ, ਇਹ ਸਾਰੀ ਦੁਨੀਆ ਤੇ ਇੱਕ ਪਾਸੇ ਆ, ਕੱਲਾ ਮੋਦੀ ਜੀ ਠੀਕ ਹੈ, ਮੋਦੀ ਇਸ ਤਰ੍ਹਾਂ ਮੋਦੀ ਓਕੇ, ਥੈਂਕ ਯੂ, ਤੁਹਾਡੀ ਗੱਲ ਆ ਗਈ ਪ੍ਰੋਫੈਸਰ ਸਾਹਿਬ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ ਅਸੂਲਾਂ ਤੇ ਕਾਨੂੰਨਾਂ ਨੂੰ ਦੇਖੋ। ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣੇ, ਉਹਨਾਂ 'ਚ ਸੋਧਾਂ ਕਰਵਾ ਲਓ। ਮੈਂ ਕੱਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਆਪਾਂ ਖੇਤੀ ਮੰਤਰੀ ਨੂੰ ਬੁਲਾ ਸਕਦੇ ਹਾਂ। ਇਹ ਸੰਭਵ ਹੈਗਾ ਇਸ ਸਟੇਜ ਦੇ ਉੱਤੇ ਕਿ ਤੋਰੇ ਕੋਈ ਸਮਝੌਤਾ ਹੋ ਸਕਦਾ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ? ਦੇਖੋ, ਜਿਸ ਸਟੇਜ ਤੇ ਮੂਵਮੈਂਟ ਪਹੁੰਚ ਗਈ, ਜਿਸ ਸਟੇਜ ਤੇ ਸੰਘਰਸ਼ ਚੱਲਿਆ ਗਿਆ, ਮੈਂ ਸਮਝਦਾ ਵੀ ਹੁਣ ਕੋਈ ਵੀ ਤਾਕਤ ਜਿਹੜੀ ਹੈ ਤਿੰਨ ਕਾਨੂੰਨ ਰੱਦ ਕਰਾਏ ਬਗੈਰ ਇਹ ਮੂਵਮੈਂਟ ਖਤਮ ਕਰਨ ਦੀ ਸਮਰੱਥਾ ਨਹੀਂ ਰੱਖਦਾ। ਇਸ ਕਰਕੇ ਇਹ ਬੀਜੇਪੀ ਦੇ ਵੀ ਹਿੱਤ ਵਿੱਚ ਹੈ, ਦੇਸ਼ ਦੇ ਹਿੱਤ ਵਿੱਚ ਵੀ ਹੈ ਕਿ ਬੀਜੇਪੀ ਸਰਕਾਰ ਜਿਹੜੀ ਹੈ ਤਿੰਨੇ ਕਾਨੂੰਨ ਵਾਪਸ ਲਵੇ ਤੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਮੁੜ ਕੇ ਆਪਣਾ ਕਾਰੋਬਾਰ ਕਰਨ। ਤੇ ਜੇ ਇਹ ਤਿੰਨੇ ਕਾਨੂੰਨ ਵਾਪਸ ਨਾ ਲਏ ਗਏ, ਇੱਕ ਗੱਲ ਬੜੀ ਸਪਸ਼ਟ ਹੈ ਕਿ ਰਾਜ ਹੱਠ ਜਿਹੜਾ ਉਹ ਦੇਸ਼ਾਂ ਨੂੰ ਤਬਾਹ ਕਰ ਦਿੰਦਾ, ਰਾਜਾਂ ਨੂੰ ਤਬਾਹ ਕਰ ਦਿੰਦਾ। ਇਸ ਕਰਕੇ ਮੈਂ ਇਹ ਸਪਸ਼ਟ ਕਹਿਣਾ ਚਾਹੁੰਦਾ, ਜਿਸ ਕਿਸਮ ਦੀ ਹੱਠ ਧਰਮੀ ਬੀਜੇਪੀ ਨੇ ਲਈ ਹੋਈ ਹੈ, ਬੀਜੇਪੀ ਦੀ ਹੋਂਦ ਖਤਮ ਕਰਕੇ ਰੱਖ ਦੇਣਗੇ ਤਿੰਨ ਕਾਨੂੰਨ ਜੇ ਇਹਨਾਂ ਨੇ ਵਿਡਰਾ ਨਾ ਕੀਤੇ। ਦੇਸ਼ ਅੰਦਰ ਬਹੁਤ ਵੱਡੀ ਮੂਵਮੈਂਟ ਖੜੀ ਹੋ ਰਹੀ ਹੈ, ਖੇਤਰੀ ਪਾਰਟੀਆਂ ਦੇ ਅੰਦਰ ਸ਼ਿਕਸਤ ਮਿਲੇਗੀ ਬੀਜੇਪੀ ਨੂੰ। ਜਿੱਥੇ ਜਿੱਥੇ ਬੀਜੇਪੀ ਚੋਣ ਲੜਨ ਜਾ ਰਹੀ ਹੈ, ਬੰਗਾਲ ਵਿੱਚ ਜਾਂ ਹੋਰ ਕਿਤੇ ਵੀ, ਬੜੀ ਬੁਰੀ ਤਰ੍ਹਾਂ ਬੀਜੇਪੀ ਹਾਰੇਗੀ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ ਜੀ। ਆਪਣੀ ਗੱਲ ਮੁਕੰਮਲ ਕਰ ਲਓ ਪਨੇਰ ਸਾਹਿਬ। ਇਸ ਕਰਕੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਰ ਆਪਣੀ ਗੱਲ ਦੁਹਰਾਉਣਾ ਚਾਹੁੰਦੀ ਹੈ। ਜਦੋਂ ਵੀ ਕਦੇ ਦੇਸ਼ ਦੇ ਲੋਕ ਆਪਣੇ ਹਿੱਤਾਂ ਲਈ ਸੰਘਰਸ਼ ਕਰਨਗੇ, ਭਾਵੇਂ ਉਹ ਕਿਸੇ ਵੀ ਧਰਮ, ਜਾਤ, ਕੌਮ, ਸ਼ਕਲ, ਪਹਿਰਾਵੇ ਵਾਲੇ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਭੁੱਖੇ ਨੂੰ ਰੋਟੀ ਦਾ ਪ੍ਰਬੰਧ ਕਰੇਗੀ। ਜੇ ਕਿਸੇ ਕੋਲ ਰਿਹਾਇਸ਼ ਦਾ ਪ੍ਰਬੰਧ ਨਹੀਂ ਹੋਏਗਾ, ਉਹਦੇ ਲਈ ਜਥਾਯੋਗ ਪ੍ਰਬੰਧ ਕਰੇਗੀ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰੇਗੀ, ਦਵਾਈਆਂ ਦਾ ਪ੍ਰਬੰਧ ਕਰੇਗੀ। ਇਹ ਫਰਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ, ਸ਼੍ਰੋਮਣੀ ਕਮੇਟੀ ਨਿਭਾਏਗੀ, ਇਹ ਤੋਂ ਕਦੇ ਨਹੀਂ ਭੱਜੇਗੀ। ਮਿਹਰਬਾਨੀ ਪ੍ਰੋਫੈਸਰ ਮਨਜੀਤ ਸਿੰਘ, ਪੰਜੌਲੀ ਸਾਹਿਬ, ਅਜੀਤ ਸਿੰਘ ਗਰੇਵਾਲ, ਮੇਰੀ ਬੇਨਤੀ ਪ੍ਰਵਾਨ ਕਰਕੇ ਇਹਨਾਂ ਮੁੱਦਿਆਂ ਤੇ ਪੈਨਲ ਤੇ ਆਏ। ਰਾਏ ਵੱਖਰੋ ਵੱਖਰੀ ਹੋਣੀ ਸੁਭਾਵਿਕ ਹੈ, ਪਰ ਇੱਕ ਗੱਲ ਜਿਹੜੀ ਨਿਸ਼ਚਿਤ ਤੌਰ ਤੇ ਉੱਭਰ ਕੇ ਸਾਹਮਣੇ ਆਈ ਹੈ, ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਹੋਰ ਕਿਸੇ ਮਾਮਲੇ ਤੇ ਸਹਿਮਤੀ ਨਹੀਂ ਹੋ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਹੈ, ਕਿਸਾਨੀ ਅੰਦੋਲਨ ਦੇ ਨਾਲ ਮਾਨਵਤਾ ਦੇ ਮੁੱਦੇ ਤੇ ਡਟ ਕੇ ਪਹਿਰਾ ਦੇਣਗੀਆਂ ਜਦੋਂ ਤੱਕ ਕਿਸਾਨੀ ਅੰਦੋਲਨ ਜਿੱਤ ਦੀਆਂ ਬੂਹਾਂ ਤੇ ਨਹੀਂ ਪਹੁੰਚ ਜਾਂਦਾ। ਇਹਨਾਂ ਮਾਮਲੇ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਆਪਣੇ ਤਿੰਨੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।